ਤਰਲਾ ਤਰਲਾ ਕਿੱਥੇ ਹੋ ਬਈ ਤੁਸੀਂ ਸਾਰੇ ਲੋਕ? ਸ਼ਾਮ ਹੋ ਗਈ ਹੈ ਤੇ ਤੁਸੀਂ ਤੁਸੀਂ ਆ ਗਏ ਮਾਲਕ। ਉਹ ਸਾਰੇ ਸ਼ਾਮ ਵੇਲੇ ਦੀਆਂ ਰੋਸ਼ਨੀਆਂ ਤੇ ਭਵਨ ਦੇ ਦੂਸਰੇ ਕੰਮਾਂ 'ਚ ਲੱਗੇ ਹੋਏ ਨੇ। ਤੁਸੀਂ ਦੱਸੋ, ਤੁਹਾਡੀ ਯਾਤਰਾ ਕਿੱਦਾਂ ਦੀ ਰਹੀ ਮਹਾਰਾਜ? ਠੀਕ ਹੀ ਰਹੀ। ਰਾਜ ਮਹਿਲ ਗਿਆ ਸੀ ਗੋਪ ਮੰਤਰੀ ਜੀ ਨੂੰ ਮਿਲਣ, ਪਰ ਉਹ ਮਗਧ ਦੇ ਮਹਾਰਾਜ ਬਿੰਬਸਾਰ ਨਾਲ ਸ਼ਿਕਾਰ ਕਰਨ ਲਈ ਜੰਗਲ ਵੱਲ ਚਲੇ ਗਏ ਸੀ। ਖੈਰ, ਅਮਰਪਾਲੀ ਕਿੱਥੇ ਹੈ? ਅਮਰਪਾਲੀ ਉਹ ਉੱਪਰ ਚੰਦਨ ਵਾਲੇ ਮੰਡਪ 'ਚ ਵੀਨਾ ਅਭਿਆਸ ਕਰ ਰਹੀ ਹੈ। ਉਸ ਨੂੰ ਇੱਥੇ ਆਣ ਲਈ ਕਹੇ। ਮਾਲਕ, ਤੁਸੀਂ ਪਹਿਲਾਂ ਇਸ਼ਨਾਨ ਕਰ ਲਵੋ, ਭੋਜਨ ਵੀ ਤਿਆਰ ਹੈ। ਖਾਣਾ ਵਗੈਰਾ ਖਾਣ ਤੋਂ ਬਾਅਦ ਤੁਸੀਂ ਆਪਣੀ ਲਾਡਲੀ ਨਾਲ ਜੀ ਭਰ ਕੇ ਗੱਲਾਂ ਕਰ ਲੈਣਾ। ਹੁਣ ਤੁਸੀਂ ਬਹੁਤ ਥੱਕੇ ਹੋਏ ਲੱਗ ਰਹੇ ਹੋ। ਤਰਲਾ, ਮੈਨੂੰ ਮੇਰੀ ਲਾਡਲੀ ਦੇ ਦਰਸ਼ਨ ਕਰਵਾ ਦੇ, ਮੇਰੀ ਸਾਰੀ ਥਕਾਨ ਆਪਣੇ ਆਪ ਮਿਟ ਜਾਏਗੀ। ਮੈਂ ਤੁਹਾਡੀ ਸੇਵਕਾ ਹਾਂ ਮਹਾਰਾਜ, ਮਾਫ ਕਰਨਾ। ਕਈ ਵਾਰ ਸੋਚਦੀ ਹਾਂ ਕਿ ਜਦੋਂ ਅਮਰਪਾਲੀ ਦਾ ਵਿਆਹ ਹੋ ਗਿਆ ਤੇ ਤੁਸੀਂ ਉਸ ਤੋਂ ਬਿਨਾਂ ਕਿਵੇਂ ਰਹੋਗੇ। ਬੇਟੀ ਪਰਮੇਸ਼ਵਰ ਵੱਲੋਂ ਮਿਲੀ ਬਾਪ ਦੇ ਘਰ ਦੀ ਇੱਕ ਅਲੌਕਿਕ ਰੋਸ਼ਨੀ ਹੁੰਦੀ ਹੈ, ਪਰ ਬਾਪ ਦੇ ਮਨ ਵਿੱਚ ਇੱਕ ਹੀ ਇੱਛਾ ਹੁੰਦੀ ਹੈ ਕਿ ਦੂਸਰੇ ਘਰ ਵਿੱਚ ਜਾ ਕੇ ਧੀ ਖੂਬ ਵਧੇ ਫੁੱਲੇ ਤੇ ਉਸ ਨੂੰ ਆਪਣੇ ਸਹੁਰੇ ਘਰ ਵਿੱਚ ਜਾ ਕੇ ਇੰਨਾ ਪ੍ਰੇਮ ਅਤੇ ਆਪਣਾਪਨ ਮਿਲੇ ਕਿ ਉਸ ਲਈ ਆਪਣੇ ਪੇਕੇ ਦੀਆਂ ਯਾਦਾਂ ਇੱਕ ਪਰਛਾਵਾਂ ਬਣ ਕੇ ਰਹਿ ਜਾਣ। ਇਸ ਨਾਲ ਬਹੁਤ ਖੁਸ਼ੀ ਮਿਲੇਗੀ ਤਰਲਾ। ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਨੇ ਮਾਲਕ। ਵੈਸ਼ਾਲੀ ਦੀ ਰਾਜ ਸੈਨਾ ਦੇ ਨਾਇਕ ਰਹਿ ਚੁੱਕੇ ਮਹਾਨਾਵਨ ਜੀ, ਤੁਸੀਂ ਆਪਣੀ ਵੀਰਤਾ ਨਾਲ ਵੈਸ਼ਾਲੀ ਰਾਜ ਦੀ ਸੇਵਾ ਪੂਰੀ ਇਮਾਨਦਾਰੀ ਨਾਲ ਕੀਤੀ ਹੈ ਤੇ ਉਸ ਦੇ ਬਦਲੇ ਅਮਰਪਾਲੀ ਲਈ ਚੰਗਾ ਘਰ ਲੱਭ ਕੇ ਵਿਆਹ ਕਰਨ ਦਾ ਤੁਹਾਡਾ ਸੰਕਲਪ ਜ਼ਰੂਰ ਪੂਰਾ ਹੋਵੇਗਾ। ਹਾਂ ਤਰਲਾ, ਮੇਰੇ ਇਸ ਸੰਕਲਪ ਨੂੰ ਪੂਰਾ ਕਰਨ ਤੋਂ ਮੈਨੂੰ ਕੋਈ ਨਹੀਂ ਰੋਕ ਸਕਦਾ। ਜਨਮ ਦੇਣ ਵਾਲੇ ਦੇ ਪ੍ਰੇਮ ਤੋਂ ਗੋਦ ਲੈਣ ਵਾਲੇ ਪਿਤਾ ਦਾ ਪ੍ਰੇਮ ਵੱਡਾ ਹੁੰਦਾ ਹੈ। ਪਤਾ ਨਹੀਂ ਕਿਸ ਸ਼ੁਭ ਘੜੀ ਜੰਗਲ 'ਚ ਸਾਨੂੰ ਅਮਰਪਾਲੀ ਲੱਭੀ ਤੇ ਤੁਸੀਂ ਉਸ ਨੂੰ ਆਪਣੀ ਬੇਟੀ ਬਣਾ ਕੇ ਘਰ ਲੈ ਆਏ, ਉਸ ਦਾ ਪਾਲਣ ਪੋਸ਼ਣ ਕੀਤਾ। ਪਿਤਾ ਜੀ, ਲੋ ਆ ਗਈ ਜੇ ਅਮਰਪਾਲੀ। ਪਿਤਾ ਜੀ, ਤੁਸੀਂ ਮਗਧ ਤੋਂ ਕਦੋਂ ਮੁੜ ਕੇ ਆ ਗਏ? ਹਨੇਰਾ ਕਿਉਂ ਕੀਤਾ ਹੋਇਆ ਇੱਥੇ? ਦੀਵੇ ਕਿਉਂ ਨਹੀਂ ਬਾਲੇ? ਆ ਜਾ ਮੇਰੀ ਲਾਡਲੀ। ਹਨੇਰਾ? ਮੰਨਿਆ ਕਿ ਤੇਰੇ ਆਉਣ ਤੋਂ ਪਹਿਲਾਂ ਹਨੇਰਾ ਲੱਗ ਰਿਹਾ ਸੀ ਇੱਥੇ, ਪਰ ਤੇਰੇ ਆਉਣ ਨਾਲ ਕਿੰਨੀ ਰੌਸ਼ਨੀ ਹੋ ਗਈ ਹੈ। ਹਾਂ ਮਾਲਿਕ, ਹੁਣ ਦੀਵੇ ਬਾਲਣ ਦੀ ਕੋਈ ਲੋੜ ਨਹੀਂ ਹੈ। ਤਰਲਾ, ਸੇਵਿਕਾ ਹੋਵੇ ਤਾਂ ਤੇਰੇ ਵਰਗੀ, ਹਮੇਸ਼ਾ ਪਿਤਾ ਜੀ ਦੀ ਹਾਂ ਵਿੱਚ ਹਾਂ ਮਿਲਾਉਂਦੀ ਰਹਿੰਦੀ ਹੈ। ਪਿਤਾ ਜੀ, ਤੁਸੀਂ ਸਫ਼ਰ ਕਰਕੇ ਆਏ ਹੋ, ਥੱਕ ਗਏ ਹੋਵੋਗੇ। ਪਹਿਲਾਂ ਇਸ਼ਨਾਨ ਕਰ ਲਓ, ਫਿਰ ਅਸੀਂ ਭੋਜਨ ਉੱਪਰ ਹੀ ਕਰਾਂਗੇ, ਅਸਮਾਨ ਥੱਲੇ, ਕਦ ਤੱਕ ਪੁੰਨਿਆਂ ਦੀ ਜਗਮਗ ਚਾਨਣੀ ਨਿਹਾਰਦੇ ਹੋਏ। ਚਲੋ। सावधान! गौरव, समृद्धि ते ऐश्वर्य के प्रतीक वैशाली नगर के सारे कुलों के राजा सिंह स्वामी ते सेनापति गोबिंद पधार रहे ने। सिंह स्वामी जी, सेनापति ते सारे कुलों के प्रतिनिधियों ना पधारे। सारे सदस्यों की जय होवे। शांत शांत। सभा विच हाजिर सारे सदस्यों, ਅੱਜ ਜਿਸ ਬਹੁਤ ਵੱਡੇ ਕੰਮ ਲਈ ਅਸੀਂ ਇਹ ਇਕੱਠ ਕੀਤਾ ਹੈ ਉਸ ਬਾਰੇ ਤੁਸੀਂ ਸਾਰੇ ਜਾਣਦੇ ਹੋ। ਅੱਜ ਦੀ ਸਭਾ ਬੁਲਾਉਣ ਦੀ ਮੁੱਖ ਵਜ੍ਹਾ ਹੈ ਇੱਕ ਸਤਿਕਾਰਯੋਗ ਸਦੱਸ ਦੇ ਖਿਲਾਫ ਲੱਗੀਆਂ ਸ਼ਿਕਾਇਤਾਂ ਦੀ ਜਾਂਚ ਪੜਤਾਲ। ਸਾਡੇ ਪ੍ਰਦੇਸ਼ ਦੇ ਸਾਰੇ ਫੈਸਲੇ ਇਸ ਤਰ੍ਹਾਂ ਲਏ ਜਾਂਦੇ ਨੇ ਕਿ ਬਣਾਏ ਗਏ ਨਿਯਮਾਂ ਨੂੰ ਤੋੜਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ। ਠੀਕ ਫਰਮਾਇਆ ਤੁਸੀਂ। ਵੈਸ਼ਾਲੀ ਪ੍ਰਦੇਸ਼ ਦੇ ਕਾਨੂੰਨ ਦਾ ਅਪਮਾਨ ਨਹੀਂ ਸਹਿਆ ਜਾ ਸਕਦਾ ਤੇ ਆਰੋਪ ਬਹੁਤ ਗੰਭੀਰ ਹੈ ਤੇ ਮਰਿਆਦਾ ਤੋੜਨ ਦਾ ਅਧਿਕਾਰ ਤਾਂ ਕਿਸੇ ਕੋਲ ਨਹੀਂ ਹੈ। ਹੁਣੇ ਉਸ ਵਿਅਕਤੀ ਨੂੰ ਪੇਸ਼ ਕੀਤਾ ਜਾਏ ਜਿਸ ਉੱਤੇ ਇਹ ਆਰੋਪ ਹੈ। ਉਹ ਖੜੇ ਨੇ
वैशाली गणराज्य के सत्कारयोग सदस्य महानामन स्वामी, राजगण अध्यक्ष ਸਿੰਘ स्वामी, ਸੈਨਾਪਤੀ ਗੋਬਿੰਦ स्वामी ਤੇ ਬਾਕੀ ਦੇ ਸਾਰੇ ਸਦੱਸਿਆਂ ਨੂੰ ਮੇਰਾ ਪ੍ਰਣਾਮ। ਮੈਂ ਜਾਣਨਾ ਚਾਹੁੰਦਾ ਕਿ ਕਿਸ ਕਾਰਨ ਮੈਨੂੰ ਇੱਥੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਮਹਾਨਾਮਨ, ਤੁਸੀਂ ਵੈਸ਼ਾਲੀ ਗਣ ਦੇ ਬਹੁਤ ਹੀ ਸਨਮਾਨਿਤ ਸਦੱਸਿਆ ਹੋ। ਆਮ ਲੋਕਾਂ ਲਈ ਤੁਹਾਨੂੰ ਇੱਕ ਆਇਨਾ ਸਾਬਿਤ ਹੋਣਾ ਚਾਹੀਦਾ ਹੈ, ਇੱਕ ਮਿਸਾਲ ਪੇਸ਼ ਕਰਨੀ ਚਾਹੀਦੀ ਹੈ। ਮੈਂ ਹਮੇਸ਼ਾ ਇਸ ਤਰ੍ਹਾਂ ਹੀ ਕੀਤਾ ਹੈ। ਪਰ ਇਸ ਵਾਰ ਨਹੀਂ ਕੀਤਾ। ਅੱਜ ਤੁਹਾਡੀ ਗੋਦ ਲਈ ਬੇਟੀ ਆਮਰਪਲੀ 18 ਸਾਲ ਦੀ ਹੋ ਗਈ ਹੈ। ਸਾਰੀ ਵਿਸ਼ਾਲੀ ਵਿੱਚ ਉਸ ਨੂੰ ਸਭ ਤੋਂ ਸੁੰਦਰ ਘੋਸ਼ਿਤ ਕੀਤਾ ਗਿਆ ਹੈ ਤੇ ਤੁਸੀਂ ਆਮਰਪਲੀ ਦੀ ਸ਼ਾਦੀ ਕਰਨਾ ਚਾਹੁੰਦੇ ਹੋ। ਗੋਦ ਲਈ ਹੋਈ ਪੁੱਤਰੀ ਦੀ ਸ਼ਾਦੀ। ਕੀ ਇਹ ਸੱਚ ਨਹੀਂ? ਪੂਰੀ ਤਰ੍ਹਾਂ ਸੱਚ ਹੈ। ਸ਼ਾਂਤ। ਪੂਰੀ ਤਰ੍ਹਾਂ ਜਾਣਦੇ ਹੋਏ ਵੀ ਤੁਸੀਂ ਇਹ ਕਹਿ ਰਹੇ ਹੋ? आम्रपाली मेरी पुत्री है। ये कोई अपराध नहीं है, बल्कि मेरे लिए ईश्वर का वरदान है। मैं महानामन आम्रपाली का पिता, उसकी शादी कोई अपराध नहीं। ਤੁਹਾਨੂੰ ਤਾਂ ਘੱਟੋ ਘੱਟ ਸਾਡੇ ਨਿਯਮਾਂ ਦਾ ਪਤਾ ਹੋਣਾ ਚਾਹੀਦਾ ਹੈ। ਇੱਥੋਂ ਦੇ ਨਿਯਮਾਂ ਦੇ ਮੁਤਾਬਿਕ ਕਿਸੇ ਵੀ ਐਸੀ ਕੰਨਿਆ ਦੀ ਸ਼ਾਦੀ ਨਹੀਂ ਹੋ ਸਕਦੀ ਜਿਸ ਦੇ ਮਾਤਾ ਪਿਤਾ ਬਾਰੇ ਕੁਝ ਵੀ ਪਤਾ ਨਾ ਹੋਵੇ। ਉਸ ਨੂੰ ਗਣ ਭੋਗਿਆ ਬਣਨਾ ਹੀ ਪਵੇਗਾ। ਗਣਿਕਾ ਬਣਨਾ ਹੀ ਉਸ ਦੀ ਕਿਸਮਤ 'ਚ ਹੈ। ओ मेरी पुत्री है, आम्रपाली मेरी पुत्री है। मेरी पुत्री गणिका बने मैनू मंजूर नहीं, कदे भी नहीं। मैं एक राजवंश नाल संबंध रखदा। 40 साल मैं वैशाली ਦੀ ਸੇਵਾ ਕੀਤੀ ਹੈ। ਇੱਕ ਸੈਨਾ ਨਾਇਕ ਦੇ ਰੂਪ ਵਿੱਚ ਇਸ ਰਾਜ ਦੀ ਜਨਤਾ ਤੇ ਆਉਣ ਵਾਲੇ ਹਰ ਸੰਕਟ ਨੂੰ ਆਪਣੀ ਬਾਹਾਂ ਦੀ ਸ਼ਕਤੀ ਤੇ ਤਲਵਾਰ ਨਾਲ ਰੋਕਿਆ ਹੈ। ਹਮੇਸ਼ਾ ਹਰ ਮਰਿਆਦਾ ਦਾ ਪਾਲਨ ਕੀਤਾ ਹੈ। ਮੈਂ ਫਿਰ ਕਹਿੰਦਾ ਹਾਂ ਕਿ ਆਮਰਪਾਲੀ ਮੇਰੀ ਬੇਟੀ ਹੈ ਤੇ ਉਸ ਦੀ ਸ਼ਾਦੀ ਮੇਰਾ ਸੰਕਲਪ। ਬਹੁਤ ਹੋ ਗਈਆਂ ਤੁਹਾਡੀਆਂ ਦਲੀਲਾਂ। ਇੱਥੋਂ ਦੇ ਜੋ ਅਸੂਲ ਨੇ, ਨਿਯਮ ਨੇ, ਉਹ ਤੁਹਾਡੇ ਤੇ ਵੀ ਲਾਗੂ ਹੁੰਦੇ ਨੇ। ਆਮਰਪਾਲੀ ਨੂੰ ਗਣਿਕਾ ਬਣਨਾ ਹੀ ਪਵੇਗਾ। ਇਸ ਸਭਾ 'ਚ ਉਪਸਥਿਤ ਲੋਕਾਂ ਨੂੰ ਯਾਦ ਨਹੀਂ ਕਿ ਸਿੰਘ ਸਵਾਮੀ ਦੀ ਵੱਡੀ ਲੜਕੀ ਚੈਲਾ ਦੇਵੀ ਬਿੰਬਸਾਰ ਮਹਾਰਾਜ ਦੀ ਵਿਆਹੁਤਾ ਕਿਵੇਂ ਬਣੀ? ਮਹਾਨਮਨ, ਤੁਹਾਡਾ ਇਹ ਸਵਾਲ ਉਚਿਤ ਨਹੀਂ। ਤੁਹਾਨੂੰ ਤੇ ਯਾਦ ਹੀ ਹੋਏਗਾ ਮੇਰੀ ਪੁੱਤਰੀ ਚੈਲਾ ਦੀ ਸ਼ਾਦੀ ਕਿੰਨਾ ਹਾਲਾਤ 'ਚ ਹੋਈ ਸੀ। ਵਿਸ਼ਾਲੀ ਤੋਂ ਦੇਸ਼ ਨਿਕਾਲੇ ਦੇ ਹੁਕਮ ਤੋਂ ਬਾਅਦ ਮੇਰੇ ਵੱਡੇ ਭਰਾ ਗੋਪ ਸਵਾਮੀ ਮਗਧ ਚਲੇ ਗਏ ਸੀ। ਮਗਧ ਨਰੇਸ਼ ਮਹਾਰਾਜ ਬਿੰਬਸਾਰ ਦੇ ਮੰਤਰੀ ਬਣ ਗਏ। ਰਾਤ ਦੇ ਹਨੇਰੇ 'ਚ ਮੇਰੇ ਮਹਿਲ 'ਚ ਚੋਰੀ ਨਾਲ ਆ ਕੇ ਮੇਰੀ ਪੁੱਤਰੀ ਚੈਲਾ ਦਾ ਅਪਹਰਣ ਕੀਤਾ ਤੇ ਉਸ ਦੀ ਸ਼ਾਦੀ ਮਹਾਰਾਜ ਬਿੰਬਸਾਰ ਨਾਲ ਕਰਵਾ ਦਿੱਤੀ। ਇਸ ਵਿੱਚ ਮੇਰਾ ਕੋਈ ਦੋਸ਼ ਨਹੀਂ। ਮਹਾਨਮਨ, ਅਸੀਂ ਜੋ ਵੀ ਕਹਿ ਰਹੇ ਹਾਂ ਉਸ ਨੂੰ ਸ਼ਾਂਤੀ ਨਾਲ ਸੁਣੋ। ਸਿਰਫ ਵੈਸ਼ਾਲੀ ਹੀ ਨਹੀਂ, ਸਭ ਜਗ੍ਹਾ ਲੋਕਾਂ ਨੂੰ ਪਤਾ ਹੈ ਕਿ ਆਮਰਪਾਲੀ ਦੀ ਖੂਬਸੂਰਤੀ ਬੇਜੋੜ ਹੈ। ਉਹ ਸਾਰੀਆਂ ਕਲਾਵਾਂ ਵਿੱਚ ਵੀ ਸੰਪੂਰਨ ਹੈ। ਐਸੀ ਦੇਵੀ ਰੂਪੀ ਇਸਤਰੀ ਨੂੰ ਵੈਸ਼ਾਲੀ ਦੀ ਨਗਰ ਵਧੂ बनना ही पड़ेगा। महाराज, इंसाफ नहीं। आम्रपाली दा गणका बनना मैं कदे भी स्वीकार नहीं करांगा। ਮਹਾਨਾਮਨ ਜੀ, ਤੁਹਾਡੇ ਲਈ ਨਿਯਮਾਂ ਨੂੰ ਤੋੜਿਆ ਨਹੀਂ ਜਾ ਸਕਦਾ। ਫੈਸਲਾ ਹੋ ਚੁੱਕਾ ਹੈ। ਆਮਰਪਾਲੀ ਨੂੰ ਗਣ ਭੋਗਿਆ ਬਣਨਾ ਹੀ ਪਏਗਾ। ਇਹ ਫੈਸਲਾ ਅਟਲ ਹੈ। ਹੁਣ ਤੁਸੀਂ ਜਾ ਸਕਦੇ ਹੋ। ਇਹ ਨਾ ਇਨਸਾਫੀ ਹੈ, अन्याय है। मैं इसनु मंजूर नहीं करता। ਇਸ ਤਰ੍ਹਾਂ ਭੋਜਨ ਦਾ ਤਿਆਗ ਕਰਨਾ ਠੀਕ ਨਹੀਂ ਹੈ ਮਾਲਕ। ਤੁਹਾਡਾ ਖਾਣਾ ਪੀਣਾ ਛੱਡਣ ਨਾਲ ਅਮਰਪਾਲੀ ਵੀ ਬਹੁਤ ਦੁਖੀ ਹੋ ਰਹੀ ਹੈ। तरला कैसा समाज है।
ਹੁਣ ਮੇਰੇ ਲਈ ਵੈਸ਼ਾਲੀ 'ਚ ਰਹਿਣਾ ਕਿਸੇ ਬੇਇੱਜ਼ਤੀ ਤੋਂ ਘੱਟ ਨਹੀਂ। ਇਸ ਤੋਂ ਪਹਿਲਾਂ ਕਿ ਇਹ ਲੋਕ ਆਮਰਪਾਲੀ ਨੂੰ ਨਰਕ ਭੋਗਣ ਲਈ ਮਜਬੂਰ ਕਰਨ, ਸਾਨੂੰ ਇਸ ਸ਼ਹਿਰ ਤੋਂ ਦੂਰ ਚਲੇ ਜਾਣਾ ਚਾਹੀਦਾ ਹੈ। ਪਿਤਾ ਜੀ, ਇਹ ਕੈਸੀ ਬੇਸਿਰ ਪੈਰ ਦੀ ਜ਼ਿੱਦ ਹੈ। ਵੈਸ਼ਾਲੀ ਦੇ ਲੋਕ ਸਾਨੂੰ ਇੱਥੋਂ ਕਦੇ ਨਹੀਂ ਜਾਣ ਦੇਣਗੇ। ਵੈਸੇ ਵੀ ਤੁਸੀਂ ਜਾਓਗੇ ਵੀ ਕਿੱਥੇ? ਅਸੀਂ ਮਗਧ ਚਲੇ ਜਾਵਾਂਗੇ। ਉੱਥੇ ਗੋਪ ਮੰਤਰੀ ਜੀ ਹੈਗੇ, ਉਹ ਸਾਡੀ ਜ਼ਰੂਰ ਮਦਦ ਕਰਨਗੇ। ਪਿਤਾ ਜੀ, ਗੋਪ ਮੰਤਰੀ ਜੀ ਆਪਣੇ ਛੋਟੇ ਭਰਾ ਸਿੰਘ ਸਵਾਮੀ ਜੀ ਦੀ ਬੇਟੀ ਦੀ ਸ਼ਾਦੀ ਮਹਾਰਾਜ ਬਿੰਬਸਾਰ ਨਾਲ ਕਰਵਾ ਕੇ ਹਮੇਸ਼ਾ ਲਈ ਵਿਸ਼ਾਲੀ ਦੇ ਵੈਰੀ ਬਣ ਗਏ ਨੇ। ਪਿਤਾ ਜੀ, ਹੁਣ ਕੀ ਕਰਨਾ ਚਾਹੀਦਾ ਹੈ, ਇਹਦਾ ਫੈਸਲਾ ਤੁਸੀਂ ਮੇਰੇ ਤੇ ਛੱਡ ਦਿਓ। ਤੁਸੀਂ ਕਿੱਥੇ ਜਾ ਰਹੇ ਹੋ? ਅਮਰਪਾਲੀ, ਮੇਰੀ ਸਹੇਲੀ ਵਕੂਲਾ ਨੇ ਦੱਸਿਆ ਤੇਰੇ ਪਿਤਾ ਜੀ ਤੇ ਨਜ਼ਰ ਰੱਖਣ ਲਈ ਵਿਸ਼ਾਲੀ ਦੇ ਸੈਨਾਪਤੀ ਗੋਬਿੰਦ ਨੇ ਜਸੂਸ ਲਾਏ ਹੋਏ ਨੇ। ਉਹਨਾਂ ਨੂੰ ਸੀਮਾ ਪਾਰ ਜਾਣ ਤੋਂ ਮਨਾਈ ਹੈ। ਮਗਧ ਰਾਜ ਵਿੱਚ ਕਾਮਾਸਵਾਮੀ ਦੀ ਬਹੁਤ ਵਾਕਫੀਅਤ ਹੈ ਤੇ ਉਹ ਵਕੂਲਾ ਦਾ ਰਿਸ਼ਤੇਦਾਰ ਹੈ। ਉਹ ਤੈਨੂੰ ਤੇ ਤੇਰੇ ਪਿਤਾ ਜੀ ਨੂੰ ਨਗਰ ਸੀਮਾ ਪਾਰ ਕਰਾਉਣ ਲਈ ਕੁਝ ਇੰਤਜ਼ਾਮ ਕਰੇਗਾ। ਇਹ ਮੈਨੂੰ ਵਕੂਲਾ ਨੇ ਕਿਹਾ ਹੈ। ਮਾਲਕ ਨੇ ਤੇਰੀ ਸ਼ਾਦੀ ਕਰਾਉਣ ਦਾ ਜੋ ਸੰਕਲਪ ਲਿਆ ਹੈ, ਉਹ ਉਹਨਾਂ ਨੂੰ ਪੂਰਾ ਕਰਨਾ ਹੀ ਹੈ। ਤਰਲਾ, ਮਗਧ ਪਹੁੰਚ ਕੇ ਵੀ ਪਿਤਾ ਜੀ ਦੀ ਆਸ ਪੂਰੀ ਹੋਵੇਗੀ? ਮੈਨੂੰ ਇਸ ਦਾ ਯਕੀਨ ਨਹੀਂ। ਲੋ, ਤੇਰੇ ਪਿਤਾ ਜੀ ਵੀ ਆ ਗਏ ਨੇ। ਵਕਲਾ ਤੁਹਾਨੂੰ ਦੋਨਾਂ ਨੂੰ ਸੀਮਾ ਪਾਰ ਕਰਾਉਣ 'ਚ ਜ਼ਰੂਰ ਮਦਦ ਕਰੇਗੀ। ਤਰਲਾ, ਕੀ ਤੁਸੀਂ ਵਕੂਲਾ ਤੇ ਵਿਸ਼ਵਾਸ ਕਰ ਸਕਦੇ ਹੋ? ਸਵਾਲ ਵਕੂਲਾ ਦੇ ਵਿਸ਼ਵਾਸ ਦਾ ਨਹੀਂ ਹੈ ਪਿਤਾ ਜੀ। ਜੇ ਜਾਸੂਸਾਂ ਨੇ ਸਾਨੂੰ ਸੀਮਾ ਪਾਰ ਕਰਦੇ ਫੜ ਲਿਆ ਤਾਂ ਬੇਇੱਜ਼ਤੀ ਹੋਵੇਗੀ। ਇਹ ਸਾਰੀਆਂ ਕੋਸ਼ਿਸ਼ਾਂ ਮੈਨੂੰ ਫਿਜ਼ੂਲ ਲੱਗ ਰਹੀਆਂ ਨੇ। ਚਲੋ ਘਰ ਵਾਪਸ ਮੁੜ ਜਾਈਏ। ਮੈਂ ਨਗਰ ਵਧੂ ਦੇ ਰੂਪ ਵਿੱਚ ਰਹਿਣ ਦਾ ਫੈਸਲਾ ਲੈ ਲਿਆ ਹੈ। ਨਹੀਂ, ਇਸ ਤਰ੍ਹਾਂ ਨਾ ਕਹਿ ਬੇਟੀ, ਮੈਂ ਸਹਿਣ ਨਹੀਂ ਕਰ ਸਕਾਂਗਾ। ਹੁਣ ਹੋਰ ਕੋਈ ਉਪਾਅ ਵੀ ਤਾਂ ਨਹੀਂ। ਮੈਂ ਫੈਸਲਾ ਕਰ ਲਿਆ ਹੈ। ਦੇਖਿਆ ਮਹਾਰਾਜ, ਮਹਾਨਮਨ ਨੂੰ ਬੰਦੀ ਬਣਾਉਣ ਤੋਂ ਬਾਅਦ ਆਮਰਪਾਲੀ ਦਾ ਕਮੰਡ ਚੂਰ ਚੂਰ ਹੋ ਗਿਆ। ਸ਼ਾਂਤ ਸ਼ਾਂਤ ਰਹੋ ਸਭ। ਗੋਬਿੰਦ ਸਵਾਮੀ, ਕੀ ਕੁਝ ਹੋਇਆ, ਦੱਸਿਆ ਜਾਵੇ। ਸਭਾ ਸਦੋ, ਮਹਾਨਾਮਨ ਤਾਂ ਆਪਣੇ ਭਵਨ ਤੋਂ ਬਾਹਰ ਆਏ ਹੀ ਨਹੀਂ। ਖੂਬਸੂਰਤੀ ਦੀ ਮਿਸਾਲ ਆਮਰਪਾਲੀ ਨੇ ਖੁਦ ਆਪਣਾ ਫੈਸਲਾ ਸੁਣਾਇਆ। ਆਮਰਪਾਲੀ ਨੇ ਆਪਣੀ ਇੱਛਾ ਨਾਲ ਨਗਰਵਧੂ ਬਣਨਾ ਸਵੀਕਾਰ ਕੀਤਾ ਹੈ। ਸਿੰਘ ਸਵਾਮੀ ਜੀ ਦੀ ਆਗਿਆ ਕੌਣ ਟਾਲ ਸਕਦਾ ਹੈ ਭਲਾ। ਵਿਸ਼ਾਲੀ ਦੀ ਗਣ ਸਭਾ ਦੀ ਜੈ ਹੋਵੇ। ਬੜੀ ਖੁਸ਼ੀ ਦੀ ਗੱਲ ਹੈ ਕਿ ਆਮਰਪਾਲੀ ਨੇ ਨਗਰਵਧੂ ਬਣਨਾ ਸਵੀਕਾਰ ਕਰ ਲਿਆ। ਪਰ ਉਸ ਦੀਆਂ ਕੁਝ ਸ਼ਰਤਾਂ ਨੇ। ਸ਼ਰਤਾਂ? ਕਿਹੜੀਆਂ ਸ਼ਰਤਾਂ ਨੇ? ਪਹਿਲੀ ਸ਼ਰਤ, ਜਦੋਂ ਕੋਈ ਵਿਅਕਤੀ ਉਸ ਦੇ ਨਾਲ ਹੋਵੇ ਤਾਂ ਦੂਸਰਾ ਕੋਈ ਹੋਰ ਵਿਅਕਤੀ ਨਹੀਂ ਆਉਣਾ ਚਾਹੀਦਾ। ਦੂਸਰੀ ਸ਼ਰਤ ਇਹ ਕਿ ਜੋ ਵਿਅਕਤੀ ਉਸ ਦੇ ਨਾਲ ਰਹਿਣਾ ਚਾਹੁੰਦਾ ਹੈ ਉਸ ਨੂੰ ਹਰ ਰੋਜ਼ 500 ਮੁਦਰਾ ਦੇਣੀਆਂ ਪੈਣਗੀਆਂ। ਤੇ ਤੀਸਰੀ ਸ਼ਰਤ, ਵਿਅਕਤੀ ਚਾਹੇ ਕਿੰਨਾ ਵੀ ਧਨਵਾਨ ਜਾਂ ਰਸੂਖ ਵਾਲਾ ਹੋਵੇ, ਉਸ ਨੂੰ ਸਿਰਫ 7 ਦਿਨ ਰਹਿਣ ਦੀ ਇਜਾਜ਼ਤ ਹੋਵੇਗੀ। ਤੇ ਜੇ ਇਹਨਾਂ ਸ਼ਰਤਾਂ ਵਿੱਚੋਂ ਕਿਸੇ ਵੀ ਸ਼ਰਤ ਦਾ ਉਲੰਘਣ ਹੋਇਆ ਤਾਂ ਗਣ ਸਭਾ ਸ਼ਰਤਾਂ ਦਾ ਉਲੰਘਣ ਕਰਨ ਵਾਲੇ ਨੂੰ ਮ੍ਰਿਤੂ ਦੰਡ ਦੇਵੇਗੀ। ਬਿਲਕੁਲ। ਸ਼ਾਂਤ ਸ਼ਾਂਤ। ਅਪਸਰਾ ਵਰਗੀ ਖੂਬਸੂਰਤ ਤੇ ਗੁਣਾ ਦੇ ਖਜ਼ਾਨੇ ਵਾਲੀ ਆਮਰਪਾਲੀ ਦੀਆਂ ਸਾਰੀਆਂ ਸ਼ਰਤਾਂ ਮਨਜ਼ੂਰ ਕਰ ਲੈਣੀਆਂ ਚਾਹੀਦੀਆਂ ਨੇ। ਆਮਰਪਾਲੀ, ਤੈਨੂੰ ਮਿਲਣ ਦੇ ਚਾਹਵਾਨ ਮਗਧ ਦੇ ਵਪਾਰੀ ਤੇ ਸੈਰ ਸਪਾਟੇ ਲਈ ਆਏ ਲੋਕਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾਂਦੀ ਹੈ। ਇੱਕ ਖਬਰ ਸੁਣੀ ਹੈ ਤੂੰ? ਕਿਹੜੀ ਖਬਰ? ਵੈਸ਼ਾਲੀ ਵਿੱਚ ਸ਼ਾਲਾਵਤੀ ਨਾਂ ਦੀ ਇੱਕ ਵੇਸ਼ਿਆ ਦੇ ਅੱਡੇ ਤੇ ਬਹੁਤ ਭੀੜ ਰਹਿੰਦੀ ਹੈ। ਲੋਕੀ ਕਹਿੰਦੇ ਨੇ ਉਹ ਵੀ ਤੇਰੀ ਤਰ੍ਹਾਂ ਬਹੁਤ ਸੁੰਦਰ ਹੈ ਤੇ ਉਹ 400 ਮੁਦਰਾ ਪੇਂਟ ਕਰਨ ਲਈ ਲੈਂਦੀ ਹੈ। ਇਹ ਤਾਂ ਬਹੁਤ ਚੰਗਾ ਸਮਾਚਾਰ ਹੈ। ਇਸ ਤਰ੍ਹਾਂ ਕਿਉਂ ਕਹਿ ਰਹੀ ਹੈ ਤੂੰ?
500 ਮੁਦਰਾ ਵਿੱਚ ਮੈਨੂੰ ਹਰ ਦਿਨ ਖਰੀਦਣ ਵਾਲਿਆਂ 'ਚ ਕੋਈ ਵੀ ਮੇਰੇ ਦਿਲ 'ਚ ਵਸਣ ਜੋਗਾ ਨਹੀਂ। ਸਾਰੇ ਕਾਮ ਵਾਸਨਾ 'ਚ ਅੰਨੇ ਤੇ ਮੂਰਖ ਨੇ। ਉਹਨਾਂ ਵਿੱਚ ਖੂਬਸੂਰਤੀ ਨੂੰ ਅਸਲੀ ਦਾਦ ਦੇਣ ਦੀ ਖੂਬੀ ਹੈ ਹੀ ਨਹੀਂ। ਮੈਂ ਤਾਂ ਵੈਸ਼ਾਲੀ ਦੇ ਨਿਯਮ ਤੇ ਪਿਤਾ ਜੀ ਦੀ ਜੀਵਨ ਰੱਖਿਆ ਖਾਤਰ ਗਨਿਕਾ ਬਣਨਾ ਸਵੀਕਾਰ ਕੀਤਾ ਹੈ। ਵੈਸੇ ਵੀ ਇਹ ਜਵਾਨੀ ਹੈ ਹੀ ਕਿੰਨੀ ਦੇਰ। ਇਸ ਤਰ੍ਹਾਂ ਕਿਉਂ ਕਹਿੰਦੀ ਹੈ ਅਮਰਪਾਲੀ ਕਿ ਤੇਰੇ ਸਾਰੇ ਭਾਵ ਮਰ ਚੁੱਕੇ ਨੇ, ਕਿ ਤੇਰੇ ਬੰਦ ਹੋ ਚੁੱਕੇ ਭਾਵਨਾਵਾਂ ਦੇ ਦਰਵਾਜ਼ੇ ਹੁਣ ਕਦੇ ਨਹੀਂ ਖੁੱਲਣਗੇ? ਇਹ ਸਮਾਂ ਹੁਣ ਸ਼ਾਇਦ ਕਦੇ ਨਾ ਆਵੇ। ਤਰਲਾ ਜਿਹੜਾ ਮੇਰੇ ਮਨ ਨੂੰ ਨਹੀਂ ਜਿੱਤ ਪਾਏਗਾ ਉਹ ਮੇਰੇ ਸਰੀਰ ਨੂੰ ਵੀ ਛੂ ਨਹੀਂ ਪਾਏਗਾ। ਮਾਲਕਿਨ, ਮਗਧ ਦੇ ਪ੍ਰਸਿੱਧ ਚਿੱਤਰਕਾਰ ਬਾਦਰੀ ਜੀ ਆਏ ਨੇ। ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਨੇ। ਉਹਨਾਂ ਨੂੰ ਬੈਠਕ 'ਚ ਬਿਠਾ ਦਿੱਤਾ ਹੈ। ਮਗਧ ਦੇ ਪ੍ਰਸਿੱਧ ਚਿੱਤਰਕਾਰ? ਤਰਲਾ, ਹੁਣ ਤੱਕ ਸਾਡੇ ਘਰ ਕਿੰਨੇ ਰਾਜਪੁਰਸ਼ਾਂ ਦੇ ਚਿੱਤਰ ਬਣ ਚੁੱਕੇ ਨੇ? ਘੱਟ ਤੋਂ ਘੱਟ 100 ਤਾਂ ਹੋਣਗੇ। ਅਮਰਪਾਲੀ, ਕਦ ਤੱਕ ਰਾਜਪੁਰਸ਼ਾਂ ਦੇ ਚਿੱਤਰ ਬਣਵਾਉਂਦੀ ਰਹੇਗੀ? ਇਹਨਾਂ ਵਿੱਚੋਂ ਕਿਸੇ ਇੱਕ ਨੂੰ ਪਸੰਦ ਵੀ ਤੇ ਕਰਨਾ ਪਏਗਾ ਨਾ। ਇਹਨਾਂ ਵਿੱਚੋਂ ਆਦਮੀ ਗੁਣਾਂ ਨਾਲ ਭਰਿਆ ਹੋਣਾ ਚਾਹੀਦਾ ਹੈ। ਇਹਨਾਂ ਵਿੱਚ ਵੀਰਤਾ ਤੋਂ ਇਲਾਵਾ ਹੋਰ ਕੁਝ ਵੀ ਨਹੀਂ। ਇਹ ਸਾਰੇ ਦਿਖਾਵਾ ਕਰਨ ਵਾਲੇ ਹੰਕਾਰ 'ਚ ਡੁੱਬੇ ਤਨ ਤੇ ਸ਼ਾਨੋ ਸ਼ੌਕਤ ਦੇ ਭਾਰ ਨਾਲ ਦੱਬੇ ਹੋਏ ਨੇ। ਇਹਨਾਂ ਵਿੱਚ ਉਹ ਗੱਲ ਨਹੀਂ ਜੋ ਮੇਰੇ ਦਿਲ ਦੇ ਬੰਦ ਹੋ ਚੁੱਕੇ ਦਰਵਾਜ਼ੇ ਖੋਲ੍ਹ ਸਕਣ। ਮੇਰੇ ਦਿਲ ਦੇ ਬੰਦ ਦਰਵਾਜ਼ੇ ਉਸ ਇਨਸਾਨ ਲਈ ਹੀ ਖੁੱਲ੍ਹਣਗੇ ਜਿਹੜਾ ਵੀਰ ਹੋਵੇ, ਖੂਬਸੂਰਤੀ ਦਾ ਉਪਾਸਕ ਤੇ ਕਲਾਵਾਂ ਦਾ ਕਦਰਦਾਨ ਹੋਵੇ। ਰੱਬ ਕਰੇ ਅਮਰਪਾਲੀ ਤੇਰੀ ਇੱਛਾ ਜ਼ਰੂਰ ਪੂਰੀ ਹੋਵੇ। ਹਾਂ ਸੱਚ, ਜਾ ਕੇ ਮਗਧ ਦੇ ਪ੍ਰਸਿੱਧ ਚਿੱਤਰਕਾਰ ਬਾਦਰੀ ਜੀ ਨੂੰ ਮਿਲ ਲਵੋ। ਹਾਂ। ਤੁਹਾਡੇ ਵਿੱਚ ਅਮਰਪਾਲੀ, ਮੈਂ ਇੱਕ ਮਹਾਰਾਣੀ ਨੂੰ ਦੇਖ ਰਿਹਾ। ਤੁਹਾਡੇ ਵਿੱਚ ਬਹੁਤ ਸਾਰੀਆਂ ਖੂਬੀਆਂ ਮੌਜੂਦ ਨੇ। ਤੁਹਾਡੇ ਬਾਰੇ ਸੁਣ ਕੇ ਮੈਂ ਤੁਸੀਂ ਇੱਥੇ 4 ਦਿਨ ਰਹਿ ਕੇ ਸਾਡੀ ਮਹਿਮਾਨ ਨਵਾਜ਼ੀ ਦਾ ਆਨੰਦ ਮਾਣੋ। ਬਾਦਰੀ ਜੀ, ਕਹੋ। ਤੁਸੀਂ ਕਦੇ ਮਹਾਰਾਜ ਬਿੰਬਸਾਰ ਦੇ ਦਰਸ਼ਨ ਕੀਤੇ ਨੇ? ਹਾਂ, ਕਈ ਵਾਰ ਕੀਤੇ ਨੇ। ਕਿਸ ਤਰ੍ਹਾਂ ਦੀ ਸ਼ਖਸੀਅਤ ਹੈ ਉਹਨਾਂ ਦੀ? ਉਹ ਇੱਕ ਮਹਾਨ ਵਿਅਕਤੀ ਨੇ। ਵੀਰ, ਸੁਸ਼ੀਲ, ਸੁੰਦਰ ਤੇ ਕਲਾ ਪ੍ਰੇਮੀ ਨੇ। ਸੰਖੇਪ ਵਿੱਚ ਉਹ ਇੰਨੀ ਸਾਰੀ ਖੂਬੀਆਂ ਨਾਲ ਮਿਲਾ ਕੇ ਇੱਕ ਬਹੁਤ ਪਿਆਰੇ ਇਨਸਾਨ ਨੇ। ਠੀਕ ਹੈ, ਮੈਂ ਉਹਨਾਂ ਦੀ ਇੱਕ ਤਸਵੀਰ ਵੇਖਣਾ ਚਾਹੁੰਦੀ ਹਾਂ। ਸਿਰਫ ਰੇਖਾ ਚਿੱਤਰ ਨਹੀਂ, ਬਲਕਿ ਰੰਗਾਂ ਤੋਂ ਚਿਹਰੇ ਦੀਆਂ ਭਾਵ ਪਿਗਮਾਂ ਨਾਲ, ਜਿਸ ਵਿੱਚ ਉਹਨਾਂ ਦੀਆਂ ਅੱਖਾਂ ਨੂੰ ਵੇਖ ਕੇ ਉਹਨਾਂ ਦੇ ਦਿਲ ਦੀਆਂ ਭਾਵਨਾਵਾਂ ਦਾ ਅਹਿਸਾਸ ਹੋਵੇ। ਉਹਨਾਂ ਦੇ ਪਹਿਰਾਵੇ ਨੂੰ ਵੇਖ ਕੇ ਉਹਨਾਂ ਦੇ ਖਾਨਦਾਨ ਤੇ ਸੁਭਾਅ ਦੀ ਝਲਕ ਮਿਲੇ। ਐਸਾ ਚਿੱਤਰ। ਤੁਹਾਨੂੰ ਉਹਨਾਂ ਦੇ ਸਾਰੇ ਵਿਅਕਤੀਤਵ ਨੂੰ ਦਰਸਾਉਣ ਵਾਲੀ ਤਸਵੀਰ ਚਾਹੀਦੀ ਹੈ। ਮੈਂ ਐਸੀ ਤਸਵੀਰ ਬਣਾਵਾਂਗਾ। ਮੈਨੂੰ ਕੁਝ ਚੀਜ਼ਾਂ ਤੇ ਰੰਗਾਂ ਵਗੈਰਾ ਦੀ ਜ਼ਰੂਰਤ ਹੋਵੇਗੀ। ਫਿਕਰ ਨਾ ਕਰੋ। ਭੀਮਾ ਸਵਾਮੀ। ਆਗਿਆ ਦੇਵੀ। ਭੀਮਾ, ਇਹ ਬਾਦਰੀ ਜੀ ਨੇ, ਚਿੱਤਰਕਾਰ ਨੇ। ਅੱਜ ਤੋਂ ਇਹ ਇੱਥੇ ਰਹਿਣਗੇ। ਇਹਨਾਂ ਨੂੰ ਜਿਸ ਚੀਜ਼ ਦੀ ਲੋੜ ਹੋਵੇ ਮੁਹੱਈਆ ਕਰਵਾਈ ਜਾਵੇ। ਜੋ ਆਗਿਆ। ਜਦ ਤੱਕ ਤਸਵੀਰ ਪੂਰੀ ਨਹੀਂ ਹੋ ਜਾਂਦੀ ਮੈਂ ਤੁਹਾਨੂੰ ਕਸ਼ਟ ਨਹੀਂ ਦਵਾਂਗੀ। ਜੀ। ਤਸਵੀਰ ਪੂਰੀ ਹੋ ਜਾਵੇ ਤਾਂ ਤੁਸੀਂ ਦੱਸ ਦੇਣਾ। ਠੀਕ ਹੈ, ਹੁਣ ਮੈਂ ਤਸਵੀਰ ਬਣਾਉਣ 'ਚ ਜੁਟ ਜਾਣਾ ਹੈ। ਮਹਾਰਾਜ ਦੀ ਜੈ ਹੋਵੇ। ਆਓ ਗੋਪ ਮੰਤਰੀ ਜੀ। ਤੁਸੀਂ ਜਲਦੀ ਹਾਜ਼ਰ ਹੋਣ ਲਈ ਸੁਨੇਹਾ ਭੇਜਿਆ ਸੀ। ਕੋਈ ਖਾਸ ਕੰਮ ਸੀ ਮਹਾਰਾਜ? ਰਾਜ ਦੇ ਕੰਮ ਲਈ ਨਹੀਂ, ਇੱਕ ਬੇਨਤੀ ਕਰਨ ਲਈ ਬੁਲਾਇਆ ਸੀ। ਇੱਕ ਪ੍ਰਾਰਥਨਾ ਕਰਨੀ ਸੀ ਤੁਹਾਨੂੰ। ਕਿਉਂ ਮੇਰੇ ਸਿਰ ਤੇ ਪਾਪ ਦਾ ਬੋਝ ਪਾਉਂਦੇ ਹੋ? ਮਗਧ ਦੇ ਸਰਬ ਸ਼ਕਤੀਮਾਨ ਮਹਾਰਾਜ ਬਿੰਬਸਾਰ ਤੇ ਬਿਨਤੀ। ਹਾਂ ਮੰਤਰੀ ਗੋਪ, ਬਿਨਤੀ ਤੇ ਬਿਨਤੀ ਦਿਲ ਦੇ ਨਜ਼ਦੀਕ ਵਾਲੇ ਲੋਕਾਂ ਨਾਲ ਹੀ ਕੀਤੀ ਜਾ ਸਕਦੀ ਹੈ। ਅੱਜ ਤੁਹਾਡੀਆਂ ਗੱਲਾਂ ਅਜੀਬ ਲੱਗ ਰਹੀਆਂ ਨੇ। ਖੈਰ, ਹੁਕਮ ਕਰੋ ਮਹਾਰਾਜ। ਮੰਤਰੀ ਜੀ,
ਤੁਸੀਂ ਮੇਰੇ ਮੰਤਰੀ ਹੋਣ ਦੇ ਨਾਲ-ਨਾਲ ਮੇਰੇ ਮਿੱਤਰ ਵੀ ਹੋ। ਮੈਨੂੰ ਯਾਦ ਹੈ ਕੁਝ ਸਾਲ ਪਹਿਲਾਂ ਮਹਾਰਾਣੀ ਦੀ ਮੌਤ ਤੋਂ ਬਾਅਦ ਜਦ ਮੈਂ ਵਿਯੋਗ ਦੀ ਪੀੜਾ ਭੋਗ ਰਿਹਾ ਸੀ ਤਾਂ ਤੁਸੀਂ ਆਪਣੇ ਭਰਾ ਦੀ ਬੇਟੀ ਚੈਲਾ ਦੇਵੀ ਨਾਲ ਵਿਆਹ ਕਰਵਾ ਕੇ ਮੈਨੂੰ ਦੁੱਖਾਂ ਤੋਂ ਉਬਾਰਿਆ ਸੀ। ਮਹਾਰਾਜ, ਬੀਤੇ ਹੋਏ ਵਕਤ ਦੀਆਂ ਗੱਲਾਂ ਅੱਜ ਕਿਉਂ? ਤੁਹਾਨੂੰ ਯਾਦ ਹੋਵੇਗਾ ਉਸ ਸ਼ਾਦੀ ਲਈ ਮੈਂ ਤੁਹਾਨੂੰ ਮਨਾ ਵੀ ਕੀਤਾ ਸੀ, ਕਿਉਂਕਿ ਜੋਤਸ਼ੀਆਂ ਦਾ ਕਹਿਣਾ ਸੀ ਕਿ ਚੈਲਾ ਦੇਵੀ ਦਾ ਜਿਹੜਾ ਬੇਟਾ ਹੋਵੇਗਾ ਉਹ ਪਿਤਾ ਦੀ ਮੌਤ ਦਾ ਕਾਰਨ ਹੋਵੇਗਾ। ਪਰ ਤੁਸੀਂ ਉਸ ਗੱਲ ਤੇ ਵਿਸ਼ਵਾਸ ਨਹੀਂ ਸੀ ਕੀਤਾ। ਮੈਨੂੰ ਯਾਦ ਹੈ ਮੈਂ ਕਿਹਾ ਸੀ ਕਿ ਮੈਂ ਆਪਣੇ ਪੁੱਤਰ ਨੂੰ ਮਗਧ ਦਾ ਰਾਜਾ ਬਣਾ ਦਿਆਂਗਾ ਤਾਂ ਉਹ ਆਪਣੇ ਪਿਤਾ ਦਾ ਕਾਤਿਲ ਕਿਵੇਂ ਬਣੇਗਾ। ਰਾਜਕੁਮਾਰ ਅਜਾਤ ਸ਼ਤਰੂ ਅਜੇ ਛੋਟੇ ਨੇ। ਮਗਧ, ਰਾਜਕੁਮਾਰ ਅਜਾਤ ਸ਼ਤਰੂ, ਰਾਣੀ ਚੈਲਾ ਦੇਵੀ, ਕਿਤੇ ਕੋਈ ਮੁਸ਼ਕਲ ਤਾਂ ਨਹੀਂ? ਕੋਈ ਸਮੱਸਿਆ? ਸਮੱਸਿਆ ਨਾ ਤਾਂ ਚੈਲਾ ਦੇਵੀ ਦੇ ਕਾਰਨ ਹੈ ਨਾ ਅਜਾਤ ਸ਼ਤਰੂ ਦੇ ਕਾਰਨ। ਸਮੱਸਿਆ ਹੈ ਵੈਸ਼ਾਲੀ। ਵੈਸ਼ਾਲੀ? ਹਾਂ, ਮੇਰੀ ਸਮੱਸਿਆ ਹੈ ਆਮਰਪਾਲੀ। ਆਮਰਪਾਲੀ? ਉਹ ਗਣਿਕਾ? ਹਾਂ, ਉਹ ਹੀ ਵੈਸ਼ਾਲੀ ਦੀ ਨਗਰ ਵਧੂ, ਬੇਜੋੜ ਖੂਬਸੂਰਤੀ ਦੀ ਮਾਲਿਕ। ਮਹਾਰਾਜ, ਤੁਸੀਂ? ਉਸ ਨੂੰ ਵੇਖਣ ਦੀ ਬਹੁਤ ਇੱਛਾ ਹੋ ਰਹੀ ਹੈ। ਕਹਿੰਦੇ ਨੇ ਉਹ ਖੂਬਸੂਰਤ ਹੋਣ ਦੇ ਨਾਲ ਮਹਾਨ ਵਿਅਕਤਿਤਵ ਦੀ ਮਾਲਿਕ ਹੈ। ਉਸ ਦੇ ਗੁਣਾਂ ਦੀ ਵਿਆਖਿਆ ਕਰਨਾ ਬਹੁਤ ਮੁਸ਼ਕਿਲ ਹੈ। ਕਈ ਵੱਡੇ ਰਾਜਾ ਮਹਾਰਾਜਾ ਤਾਂ ਉਸ ਦੇ ਨਜ਼ਦੀਕ ਵੀ ਨਹੀਂ ਪਹੁੰਚ ਪਾਏ। ਕਈ ਤਾਂ ਬਹੁਤ ਕੀਮਤੀ ਉਪਹਾਰ ਲੈ ਕੇ ਉਸ ਦੇ ਦਰ ਤੱਕ ਪਹੁੰਚੇ, ਪਰ ਉਹਨਾਂ ਨੂੰ ਸਿਰਫ ਦੇਖਣ ਨਾਲ ਹੀ ਸੰਤੋਸ਼ ਕਰਨਾ ਪਿਆ। ਇੱਕ ਕਨਿਕਾ ਤੇ ਇੰਨੀ ਮਰਿਆਦਾ। ਮੰਤਰੀ ਜੀ, ਵੈਸ਼ਾਲੀ ਤੁਹਾਡਾ ਨਗਰ ਹੈ, ਉਸ ਦੇ ਨਿਯਮਾਂ ਬਾਰੇ ਤੁਸੀਂ ਸਭ ਜਾਣਦੇ ਹੋ। ਇਸ ਲਈ ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਕਿ ਮੈਨੂੰ ਅਮਰਪਾਲੀ ਭਿੱਖਿਆ ਵਿੱਚ ਦੇ ਦਿਓ। ਮੈਨੂੰ ਬੜਾ ਸੰਤੋਸ਼ ਹੈ ਕਿ ਤੁਸੀਂ ਮੈਨੂੰ ਇੱਕ ਮਿੱਤਰ ਦਾ ਦਰਜਾ ਦਿੱਤਾ ਹੈ, ਪਰ ਅਮਰਪਾਲੀ ਦੀ ਨਿਕਟਤਾ ਤੁਹਾਨੂੰ ਸ਼ੋਭਾ ਨਹੀਂ ਦੇਵੇਗੀ। ਉਹ ਤੁਹਾਡੇ ਲਾਇਕ ਨਹੀਂ। ਕੀ ਕਿਹਾ? ਮੇਰੇ ਲਾਇਕ ਉਹ ਕਿਉਂ ਨਹੀਂ ਹੈ? ਕਿਉਂਕਿ ਉਹ ਇੱਕ ਗਣਿਕਾ ਹੈ ਤੇ ਤੁਸੀਂ ਇੱਕ ਸਮਰਾਟ, ਮਗਧ ਦੇ ਮਹਾਰਾਜ। ਉਹ ਸਮਾਜਿਕ ਸ਼ਰਾਪ ਦੇ ਬੰਧਨ ਵਿੱਚ ਜਕੜੀ ਹੋਈ ਹੈ ਤੇ ਤੁਸੀਂ ਆਪਣੇ ਫਰਜ਼ਾਂ ਨਾਲ ਬੰਨੇ ਹੋਏ ਹੋ। ਗੋਪ ਮੰਤਰੀ ਜੀ, ਇਸ ਵੇਲੇ ਮੈਂ ਤੁਹਾਤੋਂ ਪ੍ਰੇਮ ਦੀ ਭੀਖ ਮੰਗ ਰਿਹਾ, ਆਪਣੇ ਮਿੱਤਰ ਕੋਲੋਂ ਮਦਦ ਦੀ ਉਮੀਦ ਕਰ ਰਿਹਾ। ਵੈਸ਼ਾਲੀ ਵਿੱਚ ਤੁਹਾਡਾ ਜਾਣਾ ਸੰਕਟ ਨੂੰ ਨਿਯੋਤਾ ਦੇਣਾ ਹੋ। ਕੁਝ ਵੀ ਕਹੋ ਗੋਪ ਮੰਤਰੀ ਜੀ, ਜਦੋਂ ਤਾਂ ਮੈਂ ਉਹਦੇ ਬਾਰੇ ਸੁਣਿਆ ਹੈ, ਮੂੰਹ ਚਾਲ ਵਿੱਚ ਫਸ ਗਿਆ। ਉਸ ਨੂੰ ਵੇਖਣ ਦੇ ਲਈ ਮੇਰਾ ਮਨ ਬੇਕਾਬੂ ਹੋ ਰਿਹਾ ਹੈ। ਪਰ ਮਹਾਰਾਜ, ਹੁਣ ਕੁਝ ਹੋਰ ਨਾ ਬੋਲੋ। ਅਸੀਂ ਵੈਸ਼ਾਲੀ ਜਾ ਰਹੇ ਹਾਂ। ਤੁਸੀਂ ਸਭ ਇੰਤਜ਼ਾਮ ਕਰੋ ਤੇ ਤਰੀਕਾ ਸੋਚੋ। ਪਰ ਮਹਾਰਾਜ, ਆਮਰਪਾਲੀ ਨੂੰ ਪ੍ਰਾਪਤ ਕਰਨਾ ਅਸੰਭਵ ਹੈ। ਤੁਹਾਡੀ ਜ਼ਿੱਦ ਤੁਹਾਨੂੰ ਕਿਸੇ ਮੁਸੀਬਤ ਵਿੱਚ ਨਾ ਪਾ ਦੇਵੇ। ਗੋਪ ਮੰਤਰੀ ਜੀ, ਮੇਰਾ ਦਿਲ ਸਾਫ਼ ਤੇ ਪਵਿੱਤਰ ਹੈ ਤੇ ਭਗਵਾਨ ਬੁੱਧ ਦਾ ਆਸ਼ੀਰਵਾਦ ਸਾਡੇ ਨਾਲ ਹੈ। ਤੁਸੀਂ ਡਰੋ ਨਾ। ਅਸੀਂ ਪੇਸ਼ ਬਦਲ ਕੇ ਗੁਪਤ ਰੂਪ ਨਾਲ ਵੈਸ਼ਾਲੀ 'ਚ ਦਾਖਲ ਹੋਵਾਂਗੇ। ਤੁਸੀਂ ਤਰੀਕਾ ਤੇ ਸਮਾਂ ਤੈਅ ਕਰੋ ਬਸ। ਤਰਲਾ ਜੀ। ਦਰਵਾਜ਼ਾ ਬੰਦ ਕਰ ਦੇ। ਜ਼ਰਾ ਮੇਰੇ ਕੋਲ ਆ। ਇਸ ਤਸਵੀਰ ਨੂੰ ਵੇਖ। ਮਗਧ ਤੇ ਚਿੱਤਰਕਾਰ ਬਾਦਰੀ ਬਹੁਤ ਵਧੀਆ ਚਿੱਤਰਕਾਰ ਨੇ। ਕਿੰਨੀ ਦਿਲ ਨੂੰ ਖਿੱਚਣ ਵਾਲੀ ਤਸਵੀਰ ਬਣਾਈ ਹੈ ਮਹਾਰਾਜ ਬਿੰਬਸਾਰ ਦੀ। ਉਹਨਾਂ ਦੀਆਂ ਅੱਖਾਂ ਦੀ ਚਮਕ ਤਾਂ ਵੇਖ, ਨਜ਼ਰ ਨਹੀਂ ਹਟਦੀ। ਚਿਹਰੇ ਤੇ ਕਿੰਨਾ ਤੇਜ ਹੈ। ਬਾਦਰੀ ਨੇ ਉਹਨਾਂ ਦੇ ਇੱਕ ਭਾਵ ਨੂੰ ਦਰਸਾਇਆ ਹੈ। ਮੈਨੂੰ ਇੰਜ ਲੱਗਦਾ ਜਿਵੇਂ ਬਿੰਬਸਾਰ
ਹੁਣੇ ਇਸ ਤਸਵੀਰ ਤੇ ਬਾਹਰ ਨਿਕਲ ਕੇ ਮੇਰੇ ਸਾਹਮਣੇ ਆ ਜਾਣਗੇ ਤੇ ਮੈਨੂੰ ਬਾਹਾਂ 'ਚ ਲੈ ਲੈਣਗੇ। ਓਹ, ਇਹ ਮੈਨੂੰ ਕੀ ਹੋ ਰਿਹਾ ਹੈ? ਅਮਰਪਾਲੀ, ਇੰਨੇ ਸਾਲਾਂ ਤੋਂ ਮੈਂ ਤੇਰੇ ਨਾਲ ਰਹਿ ਰਹੀ ਹਾਂ। ਕਿਸੇ ਪੁਰਸ਼ ਲਈ ਇੰਨੀ ਭਾਵੁਕਤਾ ਤਾਂ ਮੈਂ ਪਹਿਲੀ ਵਾਰ ਦੇਖ ਰਹੀ ਹਾਂ। ਆਪਣੀ ਭਾਵਨਾਵਾਂ ਨੂੰ ਹਮੇਸ਼ਾ ਵਸ 'ਚ ਰੱਖਣ ਵਾਲੀ ਅਮਰਪਾਲੀ ਅੱਜ ਇੱਕ ਚੰਚਲ ਨਦੀ ਬਣ ਗਈ ਹੈ, ਜਿਸ ਨੇ ਕਿਨਾਰੇ ਤੋੜ ਕੇ ਵਹਿਣਾ ਸ਼ੁਰੂ ਕਰ ਦਿੱਤਾ ਹੈ। ਇਹ ਤਸਵੀਰ ਇੰਨੀ ਮਨਮੋਹਕ ਹੈ ਤਾਂ ਮਹਾਰਾਜ ਬਿੰਬਸਾਰ ਕਿੰਨੇ ਦਿਲਕਸ਼ ਹੋਣਗੇ। ਜਿਸ ਨੂੰ ਹਾਸਲ ਨਹੀਂ ਕਰ ਸਕਦੇ ਉਸ ਲਈ ਇੰਨੀ ਵਿਆਕੁਲਤਾ ਕਿਉਂ? ਜੋ ਹਾਸਲ ਨਹੀਂ ਕੀਤਾ ਜਾ ਸਕਦਾ ਉਹੀ ਹਾਸਲ ਹੋਵੇ, ਇਹਨੂੰ ਹੀ ਤਾਂ ਆਸ ਕਹਿੰਦੇ ਨੇ, ਉਮੀਦ ਕਹਿੰਦੇ ਨੇ। ਕਾਸ਼ ਅੱਜ ਜੇ ਪਿਤਾ ਜੀ ਇੱਥੇ ਹੁੰਦੇ ਤਾਂ ਕਿਸੇ ਤਰ੍ਹਾਂ ਮੈਂ ਉਹਨਾਂ ਨੂੰ ਮਹਾਰਾਜ ਬਿੰਬਸਾਰ ਦੇ ਦਰਸ਼ਨ ਦੀ ਚਾਹ ਨੂੰ ਪੂਰਾ ਕਰਨ ਲਈ ਗੋਪ ਮੰਤਰੀ ਨੂੰ ਮਿਲਣ ਲਈ ਭੇਜ ਦਿੰਦੀ। ਪਰ ਹੁਣ ਸੰਭਵ ਨਹੀਂ ਅਮਰਪਾਲੀ। ਉਹਨਾਂ ਨੇ ਤੇਰੇ ਕਾਰਨ ਆਪਣੇ ਦੁੱਖ ਨੂੰ ਹਲਕਾ ਕਰਨ ਲਈ ਸੰਨਿਆਸ ਲੈ ਲਿਆ ਹੈ ਤੇ ਤੀਰਥ ਯਾਤਰਾ ਤੇ ਨਿਕਲ ਗਏ ਨੇ। ਹੁਣ ਮੈਂ ਕੀ ਕਰਾਂ? ਹੋ ਸਕਦਾ ਤੇਰੀ ਖੂਬਸੂਰਤੀ ਦੀਆਂ ਕਹਾਣੀਆਂ ਮਹਾਰਾਜ ਬਿੰਬਸਾਰ ਤੱਕ ਕਿਸੇ ਨਾ ਕਿਸੇ ਤਰ੍ਹਾਂ ਪਹੁੰਚ ਜਾਣ। ਹੋ ਸਕਦਾ ਹੈ ਚਿੱਤਰਕਾਰ ਬਾਦਰੀ ਨੇ ਜਾ ਕੇ ਮਹਾਰਾਜ ਨੂੰ ਤੇਰੇ ਬਾਰੇ ਦੱਸਿਆ ਹੋਵੇ। ਵੈਸੇ ਵੀ ਪ੍ਰੇਮ ਦੀਆਂ ਤਰੰਗਾਂ ਬਹੁਤ ਦੂਰ ਤੱਕ ਜਾਂਦੀਆਂ ਨੇ। ਕੀ ਪਤਾ ਕਿਸਮਤ ਤੇਰੇ ਜੀਵਨ 'ਚ ਕੋਈ ਨਵੀਂ ਕਹਾਣੀ ਲਿਖਣ ਲਈ ਇੰਤਜ਼ਾਰ ਕਰ ਰਹੀ ਹੋਵੇ। ਵੈਸੇ ਜੇ ਤੈਨੂੰ ਇੰਤਜ਼ਾਰ ਹੀ ਕਰਨਾ ਪਵੇ ਤਾਂ ਤੂੰ ਕਦ ਤੱਕ ਕਰਨ ਨੂੰ ਤਿਆਰ ਹੈ? ਸਦੀਆਂ ਤੱਕ। जागते रहो, जागते रहो। ਭੀਮਾ, ਅੱਧੀ ਰਾਤ ਬੀਤ ਗਈ ਏ, ਹਨੇਰਾ ਵੀ ਹੁਣ ਰੋਸ਼ਨੀ ਵੱਲ ਝਾਕਣ ਲੱਗ ਪਿਆ ਹੈ। ਦੀਵੇ ਵੀ ਹੁਣ ਆਖਰੀ ਸਾਵਾਂ ਤੇ ਨੇ। ਹੁਣ ਕਿਸੇ ਵੀ ਚੋਰ ਦੇ ਆਉਣ ਦਾ ਡਰ ਨਹੀਂ। ਮੇਰੇ ਹੁੰਦੇ ਸੁੰਦਰੀ ਅਮਰਪਾਲੀ ਦੇ ਭਵਨਾਂ 'ਚ ਚੋਰ ਆ ਜਾਵੇ? ਮੁਮਕਿਨ ਨਹੀਂ। ਉਹ ਠੀਕ ਹੈ ਭਾਈ, ਜਾਗਦਾ ਰਹਿ ਤੇ ਬਾਕੀਆਂ ਨੂੰ ਜਗਾਉਂਦਾ ਰਹਿ। ਮੈਂ ਤਾਂ ਥੋੜੀ ਦੇਰ ਲਈ ਨੀਂਦ ਦਾ ਆਨੰਦ ਮਾਣਨ ਲਈ ਆਪਣੇ ਕਮਰੇ 'ਚ ਜਾ ਰਿਹਾ। ਤੂੰ ਜਾਣਾ ਹੈ ਤੇ ਜਾ, ਮੈਂ ਤਾਂ ਸਵੇਰ ਹੋਣ ਤੇ ਹੀ ਜਾਵਾਂਗਾ। ਮੈਂ ਮਹਾਨਾਮਨ ਜੀ ਨੂੰ ਵਚਨ ਦਿੱਤਾ ਹੈ ਸੁੰਦਰੀ ਅਮਰਪਾਲੀ ਦੀ ਰੱਖਿਆ ਕਰਨ ਦਾ। ਕੌਣ ਹੈ? ਚੁੱਪ। ਜੇ ਮੂੰਹ ਤੋਂ ਇੱਕ ਲਫ਼ਜ਼ ਵੀ ਕੱਢਿਆ ਤਾਂ ਸਿਰ ਧੜ ਤੋਂ ਅਲੱਗ ਕਰ ਦਿਆਂਗਾ। ਗੋਪ ਮੰਤਰੀ ਜੀ? ਹਾਂ, ਮੈਂ। ਚਲੋ ਚਲੋ, ਅੰਦਰ ਜਾਣਾ ਹੈ ਅਸੀਂ। ਚੁੱਪਚਾਪ ਚਲੋ ਅੰਦਰ, ਆਪਣੀ ਮਲਕਨ ਨੂੰ ਬੁਲਾਓ। ਭੀਮਾ, ਤੁਸੀਂ? ਤੁਹਾਡੇ ਨਾਲ ਇਹ ਦੋ ਮਰਦ ਕੌਣ ਹੈ? ਚੁੱਪਚਾਪ ਚਲੋ ਅੰਦਰ, ਆਪਣੀ ਮਲਕਨ ਨੂੰ ਬੁਲਾਓ। ਗੋਪ ਮੰਤਰੀ ਜੀ ਤੇ ਮਹਾਰਾਜ ਬਿੰਬਸਾਰ? ਇਸ ਵੇਸ਼-ਭੂਸ਼ਾ 'ਚ ਕਿਸ ਤਰ੍ਹਾਂ ਪਛਾਣ ਸਕਦੀ ਸੀ ਮੈਂ ਤੁਹਾਨੂੰ ਦੋਵਾਂ ਨੂੰ? अद्भुत, हैरान कर देने वाली खूबसूरती, मनमोहनी अमरपाली। इस दुनिया च इन्नी आकर्षक नारी असंभव। ये तो जरूर कोई अप्सरा है। ਤੁਸੀਂ ਕੁਝ ਫਰਮਾਇਆ ਮਹਾਰਾਜ? नहीं तो ਮਹਾਰਾਜ ਨੇ ਕਿਹਾ ਸੀ ਹਿੰਮਤ ਕਰਨੀ ਪਏਗੀ। ਸੋ ਅਸੀਂ ਭੇਸ ਬਦਲ ਕੇ ਲੁਕਦੇ ਲੁਕਾਂਦੇ ਨਗਰ ਦੁਆਰ ਨੂੰ ਪਾਰ ਕਰਕੇ ਇੱਥੇ ਪਹੁੰਚੇ ਹਾਂ। ਅਮਰਪਾਲੀ, ਹੁਣ ਅਗਲੇ 7 ਦਿਨ ਤੱਕ ਮਹਾਰਾਜ ਤੇਰੇ ਮਹਿਮਾਨ ਹੋਣਗੇ। ਇਹਨਾਂ ਨੂੰ ਵੈਸ਼ਾਲੀ ਦੇ ਜਸੂਸਾਂ ਤੋਂ ਬਚਾ ਕੇ ਰੱਖਣਾ। ਚਿੰਤਾ ਨਾ ਕਰੋ ਸਤਿਕਾਰਯੋਗ ਮੰਤਰੀ ਜੀ, ਇਹ ਭਵਨ ਕਿਲੇ ਵਾਂਗ ਹੈ, ਬਿਲਕੁਲ ਸੁਰੱਖਿਅਤ। ਭੀਮਾ ਸ਼ਮਲਿਕ ਵਰਗੇ ਸੇਵਕਾਂ ਦੇ ਹੁੰਦੇ ਇੱਥੇ ਕੋਈ ਪਰਿੰਦਾ ਪਰ ਵੀ ਨਹੀਂ ਮਾਰ ਸਕਦਾ। ਅੱਛਾ ਗੋਪ ਮੰਤਰੀ ਜੀ, ਮੈਂ ਤੁਹਾਡਾ ਤੰਜ਼ ਸਮਝ ਰਹੀ ਹਾਂ, ਪਰ ਤੁਹਾਡੀ ਗੱਲ ਹੋਰ ਸੀ। ਭੀਮਾ ਨੇ ਤੁਹਾਨੂੰ ਪਛਾਣ ਲਿਆ ਸੀ। ਮਹਾਰਾਜ, ਮੇਰੇ ਲਈ ਤਾਂ ਇਹ ਪਲ ਈਸ਼ਵਰ ਦਾ ਇੱਕ ਵਰਦਾਨ ਹੈ। ਤੁਸੀਂ ਆਰਾਮ ਕਰ ਲਓ। ਭੀਮਾ, ਮਹਾਰਾਜ ਬਿੰਬਸਾਰ ਸਾਡੇ ਬਹੁਤ ਹੀ ਖਾਸ ਮਹਿਮਾਨ ਨੇ। ਉਹਨਾਂ ਦੀ ਸੇਵਾ 'ਚ ਕੋਈ ਕਮੀ ਨਹੀਂ ਆਉਣੀ ਚਾਹੀਦੀ। ਮਾਲਕਿਨ, ਤੁਹਾਡੀ ਆਗਿਆ ਦਾ ਪਾਲਨ ਹੋਵੇਗਾ। ਅੱਛਾ ਮਹਾਰਾਜ, ਸ਼ਾਮ ਢਲਦੇ ਹੀ ਮੈਂ ਮਗਧ ਲਈ ਰਵਾਨਾ ਹੋ ਜਾਵਾਂਗਾ। कल चले जाना गोप मंत्री जी? ਨਹੀਂ, ਜਾਣਾ ਹੀ ਪਵੇਗਾ। ਤੁਸੀਂ ਭੇਸ ਬਦਲ ਕੇ ਇੱਥੇ ਰਹਿ ਸਕਦੇ ਹੋ, ਮੈਂ ਨਹੀਂ। ਇਹ ਵੈਸ਼ਾਲੀ ਨਗਰ ਕਦੇ ਮੇਰਾ ਨਗਰ ਸੀ। ਮੈਨੂੰ ਪਹਿਚਾਨਣ 'ਚ ਦੇਰ ਨਹੀਂ ਲੱਗੇਗੀ। ਠੀਕ ਕਹਿ ਰਹੇ ਨੇ ਗੋਪ ਮੰਤਰੀ ਜੀ। ਤੁਸੀਂ ਦੋਵੇਂ ਥੋੜਾ ਆਰਾਮ ਕਰੋ, ਮੈਂ ਜਾ ਕੇ ਭੋਜਨ ਦਾ ਪ੍ਰਬੰਧ ਕਰਵਾਉਣੀ ਆ। ਠੀਕ ਹੈ।
ਮੰਤਰੀ ਜੀ, ਇਹ ਭਵਨ ਕਿੰਨਾ ਕਲਾਤਮਕ ਹੈ, ਅਤੀ ਸੁੰਦਰ। ਇਸ ਪਾਸੇ ਤਾਂ ਜਿਵੇਂ ਰਾਖੀ ਕਰ ਰਹੇ ਨੇ ਹਰੇ ਭਰੇ ਪੇੜ। ਉਸ ਪਾਸੇ ਮੰਦਿਰ ਹੈ, ਅਣਗਿਣਤ ਤਸਵੀਰਾਂ ਕਲਾਤਮਕ ਢੰਗ ਨਾਲ ਦੀਵਾਰ ਤੇ ਸਜਾਈਆਂ ਗਈਆਂ ਨੇ। ਮਹਾਰਾਜ, ਅਮਰਪਾਲੀ ਇੱਕ ਗਣਿਕਾ ਹੈ। ਇੱਦਾਂ ਦੇ ਪੁਰਸ਼ਾਂ ਦੀਆਂ ਤਸਵੀਰਾਂ ਇਕੱਠਾ ਕਰਨਾ ਸ਼ਾਇਦ ਉਹਦਾ ਇੱਕ ਰੀਤੀ ਰਿਵਾਜ ਹੋਵੇਗਾ। ਹੈ, ਇਹ ਤਾਂ ਮੇਰੀ ਤਸਵੀਰ ਹੈ। ਆਮਰਪਾਲੀ ਨੇ ਮੇਰੀ ਤਸਵੀਰ ਬਹੁਤ ਚੰਗੀ ਤਰ੍ਹਾਂ ਤੇ ਬਹੁਤ ਖਾਸ ਜਗ੍ਹਾ ਤੇ ਲਗਾਈ ਹੋਈ ਹੈ। ਹਾਂ ਮਹਾਰਾਜ, ਸੱਚਮੁੱਚ। ਗੋਪ ਮੰਤਰੀ ਜੀ, ਮੈਨੂੰ ਤਾਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਆਮਰਪਾਲੀ ਦੇ ਦਿਲ ਵਿੱਚ ਮੇਰੇ ਲਈ ਖਾਸ ਜਗ੍ਹਾ ਹੈ, ਪਰ ਨਾਲ ਹੈਰਾਨੀ ਵੀ ਹੋ ਰਹੀ ਹੈ। ਮਹਾਰਾਜ, ਮੈਂ ਸਮਝ ਸਕਦਾ ਕਿ ਇਸ ਵੇਲੇ ਤੁਸੀਂ ਪ੍ਰੇਮ ਰਸ ਦੀ ਧਾਰ ਨਾਲ ਭਿੱਜੇ ਹੋਏ ਹੋ, ਪਰ ਮੈਂ ਇਹੀ ਪ੍ਰਾਰਥਨਾ ਕਰਦਾ ਕਿ ਤੁਹਾਨੂੰ ਇੱਥੇ ਬਹੁਤ ਸਚੇਤ ਹੋ ਕੇ ਰਹਿਣਾ ਪਵੇਗਾ। ਇਸ ਭਵਨ ਤੋਂ ਬਾਹਰ ਭੁੱਲ ਕੇ ਵੀ ਨਾ ਨਿਕਲਣਾ। ਔਰ ਹਾਂ, 7ਵੇਂ ਦਿਨ ਮੈਂ ਤੁਹਾਨੂੰ ਲੈਣ ਆ ਜਾਵਾਂਗਾ। ਪੂਰੀ ਸਾਵਧਾਨੀ ਵਰਤਣਾ। ਪੂਰੀ ਸਾਵਧਾਨੀ? ਤੁਹਾਨੂੰ ਆਮਰਪਾਲੀ ਤੇ ਯਕੀਨ ਨਹੀਂ ਹੈ? ਉਸ ਦੀ ਵੀ ਹਾਲਤ ਮਹਾਰਾਜ ਤੁਹਾਡੇ ਵਰਗੀ ਹੈ। ਅੱਛਾ ਮਹਾਰਾਜ, ਹੁਣ ਆਗਿਆ ਦਿਓ। ਮਹਾਰਾਜ, ਆਸ ਦੀ ਕੋਮਲ ਡੋਰ ਨਾਲ ਬੱਜੀ ਮੇਰੀ ਉਡੀਕ ਰੰਗ ਲਿਆਏਗੀ, ਸੋਚਿਆ ਨਹੀਂ ਸੀ। ਮੈਂ ਇੰਨੀ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੀ ਹਾਂ ਜਿਵੇਂ ਪਿਆਸੇ ਨੂੰ ਪਾਣੀ ਦਾ ਖੂਹ ਮਿਲ ਗਿਆ ਹੋਵੇ। ਆਮਰਪਾਲੀ, ਮੈਂ ਸਿਰਫ ਤੇਰੀ ਖੂਬਸੂਰਤੀ ਤੇ ਕਲਾ ਪ੍ਰੇਮ ਬਾਰੇ ਸੁਣਿਆ ਸੀ। ਹੁਣ ਮੈਨੂੰ ਤੇਰੇ ਦਿਲ ਦੇ ਅਹਿਸਾਸ ਤੋਂ ਜਾਣੂ ਹੋਣ ਦਾ ਮੌਕਾ ਮਿਲਿਆ ਹੈ। ਪ੍ਰੇਮ ਰਸ ਨਾਲ ਭਰਿਆ ਹੋਇਆ, ਸਮੁੰਦਰੋਂ ਡੂੰਘਾ ਤੇ ਨਾਜ਼ੁਕ, ਤੇਰੀਆਂ ਅੱਖਾਂ ਤੇਰੇ ਦਿਲ ਦਾ ਪਰਛਾਵਾਂ ਨੇ। ਅਥਾਹ ਪ੍ਰੇਮ ਨਾਲ ਭਰਿਆ ਤੇਰੀ ਛੋਹ ਵਿੱਚੋਂ ਪ੍ਰੇਮ ਰਸ ਹੈ ਜਿਹੜਾ ਆਤਮਾ ਨੂੰ ਤਸੱਲੀ ਦਿੰਦਾ ਹੈ। ਅਮਰਪਾਲੀ, ਤੇਰੇ ਵਿੱਚ ਕਈ ਐਸੇ ਗੁਣ ਨੇ ਜਿਨ੍ਹਾਂ ਬਾਰੇ ਮੈਂ ਕਦੇ ਸੋਚਿਆ ਹੀ ਨਹੀਂ ਸੀ। ਮਹਾਰਾਜ, ਅੱਜ ਤੱਕ ਕਈ ਪ੍ਰੇਮ ਨਿਵੇਦਨ ਸੁਣੇ, ਪ੍ਰੇਮ ਸ਼ਬਦ ਤੇ ਭਾਵਨਾਵਾਂ ਨਾਲ ਭਰੀਆਂ ਕਵਿਤਾਵਾਂ ਸੁਣੀਆਂ, ਪਰ ਸੱਚ ਤਾਂ ਇਹ ਹੈ ਕਿ ਉਹ ਸਾਰੇ ਮਾਤਰ ਸ਼ਬਦ ਤੇ ਅੱਖਰ ਸਨ। ਉਹਨਾਂ ਵਿੱਚ ਪ੍ਰੇਮ ਨਹੀਂ ਸੀ। ਪ੍ਰੇਮ ਉਪਜਦਾ ਹੈ, ਬਣਾਇਆ ਨਹੀਂ ਜਾਂਦਾ। ਇਸ ਗਨਿਕਾ ਜੀਵਨ ਦੀ ਮੈਂ ਕਾਮਨਾ ਕਦੇ ਨਹੀਂ ਸੀ ਕੀਤੀ। ਇਹ ਜੀਵਨ ਮੇਰੇ ਤੇ ਲੱਦਿਆ ਗਿਆ ਹੈ। ਮੇਰਾ ਦਿਲ ਵੀ ਇੱਕ ਜਿਉਂਦੇ ਜਾਗਦੇ ਸੁਪਨ ਪੁਰਸ਼ ਦੀ ਉਡੀਕ ਕਰ ਰਿਹਾ ਸੀ। ਚਿੱਤਰਕਾਰ ਆਉਂਦੇ, ਤਸਵੀਰਾਂ ਬਣਾਉਂਦੇ, ਪਰ ਮੇਰੀ ਉਡੀਕ ਨੂੰ ਮੰਜ਼ਿਲ ਨਾ ਮਿਲਦੀ। ਪਰ ਜਦ ਮੈਂ ਤੁਹਾਡੀ ਤਸਵੀਰ ਵੇਖੀ ਤਾਂ ਮੈਨੂੰ ਲੱਗਿਆ ਹੁਣ ਮੰਜ਼ਿਲ ਦੂਰ ਨਹੀਂ ਹੈ। ਆਮਰਪਾਲੀ, ਤੇਰੀ ਇੱਕ ਛੋਹ, ਇੱਕ ਨਿਗਾਹ, ਇੱਕ ਸੰਕੇਤ ਹੀ ਤੇਰੀ ਸਾਰੀ ਹਾਲਤ ਤੇ ਪ੍ਰੇਮ ਦੀ ਖੁਸ਼ਬੂ ਮੇਰੇ ਤੱਕ ਪਹੁੰਚਾਈ ਜਾਂਦੀ ਹੈ। ਬਿਨਾਂ ਸੰਕੋਚ ਮੈਨੂੰ ਦੱਸ ਅਮਰਪਾਲੀ, ਮੈਂ ਤੇਰੇ ਲਈ ਕੀ ਕਰ ਸਕਦਾ? ਮਹਾਰਾਜ, ਮੈਂ ਇੱਕ ਗਨਿਕਾ ਹਾਂ, ਵੈਸ਼ਿਆ। ਮੇਰੇ ਕੋਲ ਆਉਣ ਵਾਲੇ ਮੇਰੀ ਦੇਹ ਨੂੰ ਸਪਰਸ਼ ਕਰਨਾ ਚਾਹੁੰਦੇ ਨੇ, ਪਰ ਤੁਸੀਂ ਮੇਰੇ ਦਿਲ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰ ਰਹੇ ਹੋ। ਇਸ ਤੋਂ ਜ਼ਿਆਦਾ ਹੋਰ ਕੀ ਚਾਹੀਦਾ ਹੈ ਮੈਨੂੰ? ਅੱਜ ਪੂਰਨਿਮਾ ਹੈ, ਚਾਂਦਨੀ ਰਾਤ, ਠੰਡੀ ਠੰਡੀ ਹਵਾ ਚੱਲ ਰਹੀ ਹੈ, ਸਾਰੇ ਆਕਾਸ਼ ਵਿੱਚ ਤਾਰੇ ਟਿਮਟਿਮਾ ਰਹੇ ਨੇ। ਇਹਨਾਂ ਨੂੰ ਸਾਖੀ ਮੰਨ ਕੇ ਮੈਂ ਕਹਿੰਦਾ, ਕਿਸੇ ਵੀ ਇਸਤਰੀ ਦੀ ਨਿਕਟਤਾ 'ਚ ਇੰਨਾ ਸੁੱਖ ਕਦੇ ਨਹੀਂ ਮਿਲਿਆ ਜਿੰਨਾ ਤੇਰੇ ਕੋਲੋਂ ਮਿਲ ਰਿਹਾ। ਦਿਲ ਵਿੱਚ ਚੈਨ ਤੇ ਉਤਸ਼ਾਹ ਦੀਆਂ ਲਹਿਰਾਂ ਉੱਠ ਰਹੀਆਂ ਨੇ। ਦੇਹ ਨਾਲ ਦੇਹ ਦਾ ਸਪਰਸ਼ ਧੜਕਣਾਂ ਨੂੰ ਇੱਕ ਨਵਾਂ ਵਿਸਤਾਰ ਦੇ ਰਿਹਾ ਹੈ। ਮੋਹ ਕਾਮ ਤਾਂ ਸਿਰਫ ਭੌਤਿਕ ਸੁੱਖ ਨੇ, ਸਿਰਫ ਭੌਤਿਕ ਸੁੱਖ।
ਇਸ ਦਾ ਅਨੁਭਵ ਅੱਜ ਹੋ ਰਿਹਾ ਹੈ ਅਮਰਪਾਲੀ। ਮੇਰੇ ਲਈ ਹਰ ਦੁੱਖ ਤੇ ਸੰਤਾਪ ਨੂੰ ਸ਼ਾਂਤੀ ਦਾ ਵਰਦਾਨ ਦੇਣ ਵਾਲੀ ਚਾਂਦਨੀ ਹੈ ਤੂੰ। ਮੈਂ ਤਾਂ ਕਵਿਤਾ ਸੁਣਾਉਣ ਲੱਗ ਪਿਆ। ਪਤਾ ਨਹੀਂ ਬਹੁਤ ਜ਼ਿਆਦਾ ਜੋਸ਼ ਜਾਂ ਸਮਰਪਣ ਕਰਨ ਤੋਂ ਬਾਅਦ ਕਦੇ ਕੁਝ ਕਹਿਣ ਲਈ ਸ਼ਬਦ ਨਹੀਂ ਮਿਲਦੇ, ਪਰ ਜੋ ਕੁਝ ਵੀ ਕਿਹਾ ਜਾਂਦਾ ਹੈ ਕਵਿਤਾ ਹੀ ਲੱਗਦਾ ਹੈ। ਕੱਲ 7 ਦਿਨ ਦਾ ਸਮਾਂ ਖਤਮ ਹੋਣ ਵਾਲਾ ਹੈ। ਤੇਰੇ ਬਣਾਏ ਨਿਯਮਾਂ ਅਨੁਸਾਰ ਕੱਲ ਤੇਰੇ ਨਾਲ ਮੇਰਾ ਆਖਰੀ ਦਿਨ ਹੋਵੇਗਾ ਅਮਰਪਾਲੀ। ਨਹੀਂ, ਇਹ ਨਿਯਮ ਸਿਰਫ ਦੇਹ ਦੇ ਖਰੀਦਦਾਰਾਂ ਵਾਸਤੇ ਨੇ, ਤੁਹਾਡੇ ਲਈ ਨਹੀਂ, ਕਦੇ ਵੀ ਨਹੀਂ। ਤੁਸੀਂ ਥੋੜੇ ਦਿਨ ਹੋਰ ਰੁਕ ਜਾਓ, ਮੇਰੀ ਬੇਨਤੀ ਹੈ। ਅਮਰਪਾਲੀ, ਗੋਪ ਮੰਤਰੀ ਗੁੱਸਾ ਕਰਨਗੇ, ਮਗਧ ਰਾਜ ਦੇ ਕੰਮ ਰੁਕ ਜਾਣਗੇ। ਮਹਾਰਾਜ ਰੁਕ ਜਾਓ ਨਾ, ਤੁਸੀਂ ਇਸ ਹਾਲਤ 'ਚ ਮੈਨੂੰ ਛੱਡ ਕੇ ਚਲੇ ਜਾਓਗੇ? ਅਮਰਪਾਲੀ, ਤੈਨੂੰ ਛੱਡ ਕੇ ਜਾਣ ਨੂੰ ਮੇਰਾ ਮਨ ਵੀ ਨਹੀਂ ਮੰਨਦਾ, ਪਰ ਮਜਬੂਰੀ ਹੈ। ਬੇਨਤੀ ਹੈ ਮੇਰੇ ਮਹਾਰਾਜ, ਤੁਸੀਂ ਇਸੇ ਤਰ੍ਹਾਂ ਮੇਰੇ ਕੋਲ 2 ਮਹੀਨੇ ਹੋਰ ਰਹਿਣ ਦੀ ਕਿਰਪਾ ਕਰੋ। ਮੈਂ ਆਪਣੀ ਸਾਰੀ ਬਾਕੀ ਜ਼ਿੰਦਗੀ ਇਹਨਾਂ ਦਿਨਾਂ ਦੀ ਯਾਦ ਵਿੱਚ ਖੁਸ਼ੀ-ਖੁਸ਼ੀ ਗੁਜ਼ਾਰ ਦਿਆਂਗੀ। ਰੁਕ ਜਾਓ ਨਾ ਮਹਾਰਾਜ। ਬਾਕੀ ਦੀ ਜ਼ਿੰਦਗੀ ਖੁਸ਼ੀ-ਖੁਸ਼ੀ ਗੁਜ਼ਾਰ ਲਵੇਂਗੀ? ਕੀ ਇਹ ਸੰਭਵ ਹੈ ਅਮਰਪਾਲੀ? ਤੁਸੀਂ ਇਮਤਿਹਾਨ ਲੈ ਕੇ ਤਾਂ ਵੇਖੋ। ਗੋਬਿੰਦ, ਇਹ ਹੈ ਤੁਹਾਡੀ ਸੁਰੱਖਿਆ ਦਾ ਇੰਤਜ਼ਾਮ। ਕੈਸੇ ਨੇ ਤੁਹਾਡੇ ਜਾਸੂਸ? ਆਖਿਰ ਤੁਸੀਂ ਵਿਸ਼ਾਲੀ ਦੇ ਸੈਨਾਪਤੀ ਹੋ, ਕੀ ਤੁਹਾਨੂੰ ਖਬਰ ਨਹੀਂ ਕਿ ਅਮਰਪਾਲੀ ਦੇ ਭਵਨ 'ਚ ਕੋਈ ਪਰਦੇਸੀ ਰਹਿ ਰਿਹਾ? ਐਸੀ ਸੂਚਨਾ ਤੇ ਯਕੀਨ ਨਹੀਂ ਹੁੰਦਾ ਮਹਾਰਾਜ। ਵੈਸ਼ਾਲੀ ਨਗਰ ਦੀ ਸੁਰੱਖਿਆ ਬਾਰੇ ਤਾਂ ਤੁਸੀਂ ਜਾਣਦੇ ਹੋ। ਨਗਰ ਦੇ ਮੁੱਖ ਦਰਵਾਜ਼ੇ ਤੇ ਟੰਗੇ ਘੰਟੇ ਤੋਂ ਕੋਈ ਵੀ ਪਾਰ ਨਹੀਂ ਪਾ ਸਕਦਾ। ਹਥਿਆਰਬੰਦ ਸੈਨਿਕ ਦਿਨ ਰਾਤ ਨਗਰ ਦੀ ਰੱਖਿਆ ਕਰਦੇ ਨੇ। ਅਮਰਪਾਲੀ ਦੇ ਭਵਨ ਦੇ ਚਾਰੇ ਪਾਸੇ ਜਾਸੂਸ ਲਗਾ ਦੇਵੋ। ਉਹ ਗਨਿਕਾ ਹੈ, ਇਸ ਲਈ ਆਜ਼ਾਦ ਹੈ। ਵੈਸ਼ਾਲੀਗੰਜ ਦੇ ਨਿਯਮਾਂ ਦੇ ਆਧਾਰ ਤੇ ਉਸ ਦੇ ਭਵਨ ਦੀ ਛਾਨਬੀਨ ਨਹੀਂ ਕੀਤੀ ਜਾ ਸਕਦੀ। ਜਿਹੜਾ ਪਰਦੇਸੀ ਉੱਥੇ ਲੁਕਿਆ ਹੈ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰੋ। ਮੈਂ ਹੁਣ ਹੋਰ ਤੁਹਾਡੀ ਕੋਤਾਹੀ ਬਰਦਾਸ਼ਤ ਨਹੀਂ ਕਰ ਸਕਦਾ। ਜੀ ਮਹਾਰਾਜ, ਇਹ ਗੱਲ ਗਣਰਾਜ ਦੇ ਗੌਰਵ ਅਤੇ ਮਾਣ ਮਰਿਆਦਾ ਦੀ ਹੈ। ਤੁਸੀਂ ਨਿਸ਼ਚਿੰਤ ਰਹੋ। ਮਹਾਰਾਜ, ਵੈਸ਼ਾਲੀ ਵਿੱਚ ਯਾਤਰੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਖਾਸ ਕਰ ਮਗਧ ਤੋਂ ਆਉਣ ਵਾਲਿਆਂ ਦੀ ਸੰਖਿਆ ਬਹੁਤ ਜ਼ਿਆਦਾ ਹੈ। ਪਰ ਫਿਰ ਵੀ ਮੈਂ ਦੇਖਦਾ ਕੌਣ ਕਿੱਥੇ ਹੈ ਤੇ ਕੀ ਕਰ ਰਿਹਾ ਹੈ। ਦੇਵੀ 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 ਅਮਰਪਾਲੀ, ਕੀ ਹੋਇਆ? ਇੰਨਾ ਘਬਰਾਈ ਹੋਈ ਕਿਉਂ ਹੈ ਤਰਲਾ? ਬਹੁਤ ਵੱਡੀ ਮੁਸ਼ਕਲ ਆਉਣ ਵਾਲੀ ਹੈ ਮਹਾਰਾਜ। ਤੁਹਾਨੂੰ ਜਲਦੀ ਵਿਸ਼ਾਲੀ ਨਗਰ ਛੱਡ ਕੇ ਜਾਣਾ ਪਏਗਾ। ਮਹਾਨਾਮਨ ਨੇ ਸੂਚਨਾ ਭਿਜਵਾਈ ਹੈ। ਪਿਤਾ ਜੀ ਨੇ? ਕਿੱਥੇ ਨੇ ਉਹ? ਹਾਲੇ ਇਹ ਸਭ ਗੱਲਾਂ ਕਰਨ ਦਾ ਵਕਤ ਨਹੀਂ। ਗੋਪ ਮੰਤਰੀ ਜੀ ਨੇ ਵਕੂਲਾ ਰਾਹੀਂ ਮਹਾਨਾਮਨ ਜੀ ਨੂੰ ਸੰਦੇਸ਼ ਭੇਜਿਆ ਹੈ। ਕਿਸੇ ਵੀ ਵਕਤ ਸੈਨਿਕ ਭਵਨ ਨੂੰ ਚਾਰੇ ਪਾਸਿਆਂ ਤੋਂ ਘੇਰ ਲੈਣਗੇ। ਕਾਮਾ ਸਵਾਮੀ ਜੀ ਨੇ ਰੱਥ ਦਾ ਪ੍ਰਬੰਧ ਕਰ ਦਿੱਤਾ ਹੈ। ਮਹਾਨਾਮਨ ਜੀ ਖੁਦ ਬੋਧ ਭਿਕਸ਼ੂ ਦੇ ਪੇਸ਼ 'ਚ ਭਵਨ ਦੇ ਪਿਛਲੇ ਪਾਸੇ ਰੱਥ ਲੈ ਕੇ ਹਾਜ਼ਰ ਨੇ, ਤੁਹਾਨੂੰ ਲੈ ਕੇ ਜਾਣ ਵਾਸਤੇ। ਇਸ ਤੋਂ ਪਹਿਲਾਂ ਕਿ ਤੁਹਾਨੂੰ ਕੋਈ ਦੇਖ ਲਵੇ, ਤੁਹਾਡਾ ਇੱਥੋਂ ਜਾਣਾ ਹੀ ਠੀਕ ਰਹੇਗਾ। ਤੁਸੀਂ ਇੱਕ ਵਪਾਰੀ ਦੇ ਪੇਸ਼ 'ਚ ਇੱਥੋਂ ਨਿਕਲ ਜਾਓ ਮਹਾਰਾਜ ਬਿੰਬਸਾਰ। ਹੁਣ ਥੋੜੀ ਦੇਰ ਵੀ ਨਾ ਲਾਓ। ਠੀਕ ਹੈ, ਮਹਾਰਾਜ ਜਾਣ ਲਈ ਤਿਆਰ ਹੁੰਦੇ ਨੇ। ਤੂੰ ਜਾ ਕੇ ਬਾਕੀ ਦੇ ਪ੍ਰਬੰਧ ਕਰ। ਠੀਕ ਹੈ। ਅਮਰਪਾਲੀ, ਅਮਰਪਾਲੀ, ਇਹ ਕੀ ਹੋ ਰਿਹਾ ਹੈ? ਹਾਲਾਤ ਦੇ ਦਾਸ ਹਾਂ ਅਸੀਂ। ਮਹਾਰਾਜ, ਮੈਂ ਕੁਝ ਮਹੀਨੇ ਤੁਹਾਡੇ ਨਾਲ ਰਹਿਣ ਦੀ ਕਾਮਨਾ ਕੀਤੀ ਸੀ, ਉਹ ਪੂਰਨ ਹੋ ਗਈ ਸੀ। ਫਿਰ ਮੈਂ ਕੁਝ ਮਹੀਨੇ ਹੋਰ ਰਹਿ ਜਾਣ ਦੀ ਪ੍ਰਾਰਥਨਾ ਕੀਤੀ। ਤੁਸੀਂ ਦੁਬਾਰਾ ਮੇਰੀ ਬੇਨਤੀ ਮੰਨ ਲਈ। ਪਿਆਰ ਮੁਹੱਬਤ ਦੇ ਸੁਨਹਿਰੀ ਦਿਨ ਬੀਤ ਗਏ। ਮੇਰੇ ਲਈ ਵੀ ਇਸ ਤਰ੍ਹਾਂ ਇੱਥੋਂ ਅਚਾਨਕ ਚਲੇ ਜਾਣਾ ਬਹੁਤ ਦੁੱਖ ਦੇ ਰਿਹਾ ਹੈ। ਮੇਰੇ ਕੋਲ ਤਾਂ
ਸ਼ਬਦ ਹੀ ਨਹੀਂ ਇਹ ਦੱਸਣ ਲਈ ਕਿ ਮੈਨੂੰ ਕਿੰਨੀ ਤਕਲੀਫ ਹੋ ਰਹੀ ਹੈ ਇਸ ਤਰ੍ਹਾਂ ਜਾਣ ਲਈ। ਪਰ ਅਮਰਪਾਲੀ ਕੀ ਕਰੀਏ? ਤੁਸੀਂ ਮੈਨੂੰ ਜੀ ਭਰ ਕੇ ਪਿਆਰ ਦਿੱਤਾ, ਮੈਨੂੰ ਉਹ ਸਭ ਕੁਝ ਮਿਲ ਗਿਆ ਜਿਸ ਦੀ ਆਸ ਮੈਂ ਸੁਪਨਿਆਂ ਵਿੱਚ ਕਰਦੀ ਹੁੰਦੀ ਸੀ। ਨਹੀਂ ਜਾਣਦੀ ਕਿ ਤੁਹਾਡੇ ਨਾਲ ਦੁਬਾਰਾ ਭੇਂਟ ਕਦੋਂ ਹੋਵੇਗੀ ਜਾਂ ਨਹੀਂ। ਇਸ ਲਈ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾਂ। ਗੱਲ ਦੱਸਣਾ ਚਾਹੁੰਦੀ ਹੈ? ਦੱਸ ਅਮਰਪਾਲੀ, ਕੀ ਗੱਲ ਹੈ? ਤੁਸੀਂ ਪਿਤਾ ਬਣਨ ਵਾਲੇ ਹੋ। ਅਮਰਪਾਲੀ, ਸੱਚ ਅਮਰਪਾਲੀ? ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਮਹਿਸੂਸ ਕਰ ਰਿਹਾ ਮੈਂ ਅਮਰਪਾਲੀ। ਮੈਂ ਖੁਸ਼ੀ ਨਾਲ ਪਾਗਲ ਹੋ ਜਾਵਾਂਗਾ ਮੇਰੀ ਅਮਰਪਾਲੀ, ਖੁਸ਼ੀ ਨਾਲ ਪਾਗਲ ਹੋ ਜਾਵਾਂਗਾ। ਮੈਂ ਜਿਹੜੀ ਕਾਮਨਾ ਕੀਤੀ ਸੀ ਉਹ ਪੂਰੀ ਹੋ ਗਈ। ਜਾਣ ਤੋਂ ਪਹਿਲਾਂ ਤੁਹਾਡੇ ਕੋਲੋਂ ਇੱਕ ਵਚਨ ਲੈਣਾ ਚਾਹੁੰਦੀ ਹਾਂ। ਹਾਂ, ਦੱਸ ਅਮਰਪਾਲੀ, ਦੱਸ। ਸੰਸਾਰ ਚਾਉਣ ਵਾਲੀ ਇਸ ਸੰਤਾਨ ਨੂੰ ਤੁਹਾਡਾ ਨਾਮ ਜ਼ਰੂਰ ਮਿਲੇ ਤੇ ਤੁਹਾਡਾ ਸਹਾਰਾ ਵੀ। ਅਮਰਪਾਲੀ, ਮੈਂ ਵਚਨ ਦਿੰਦਾ। ਲੈ, ਇਹ ਅੰਗੂਠੀ ਰੱਖ ਆਪਣੇ ਕੋਲ। ਇਹ ਅੰਗੂਠੀ ਮੇਰੀ ਮਾਂ ਨੇ ਭੇਟ ਕੀਤੀ ਸੀ ਮੈਨੂੰ। ਜਦ ਹਾਲਾਤ ਠੀਕ ਹੋ ਜਾਣ ਤੇ ਤੂੰ ਉਸਨੂੰ ਮੇਰੇ ਕੋਲ ਭੇਜਣ ਦਾ ਮਨ ਕਰੇ ਤਾਂ ਇਹ ਅੰਗੂਠੀ ਨਾਲ ਭੇਜ ਦੇਵੀਂ। ਉਸਨੂੰ ਆਪਣੇ ਪਿਤਾ ਦੇ ਨਾਲ ਤੇ ਪਿਤਾ ਨੂੰ ਆਪਣੀ ਸੰਤਾਨ ਦੇ ਨਾਲ ਮਿਲ ਕੇ ਬਹੁਤ ਖੁਸ਼ੀ ਹੋਵੇਗੀ। ਤੇ ਹੋਰ ਅਮਰਪਾਲੀ, ਮੈਂ ਤੈਨੂੰ ਯਕੀਨ ਦਿਵਾਉਣਾ, ਮੈਂ ਕਿਤੇ ਵੀ ਹੋਵਾਂ, ਕਿਸ ਹਾਲਾਤ ਵਿੱਚ ਵੀ ਹੋਵਾਂ, ਮੈਂ ਤੈਨੂੰ ਤੇ ਆਪਣੀ ਆਉਣ ਵਾਲੀ ਸੰਤਾਨ ਨੂੰ ਕਦੇ ਨਹੀਂ ਭੁੱਲਾਂਗਾ, ਕਦੇ ਨਹੀਂ ਭੁੱਲਾਂਗਾ। ਗੋਪ ਮੰਤਰੀ ਜੀ, ਇੰਨੇ ਸਾਲ ਬੀਤ ਗਏ, ਵੈਸ਼ਾਲੀ ਗਣਰਾਜ ਛੱਡ ਕੇ ਮੈਂ ਤੁਹਾਡੇ ਕੋਲ ਆਇਆ ਸੀ। ਤੁਸੀਂ ਮੈਨੂੰ ਸ਼ਰਨ ਦਿੱਤੀ। ਤੁਹਾਡਾ ਇਹ ਅਹਿਸਾਨ ਮੈਂ ਕਦੇ ਨਹੀਂ ਭੁੱਲਾਂਗਾ। ਵੈਸ਼ਾਲੀ ਵਿੱਚ ਰਹਿਣਾ ਬਹੁਤ ਮੁਸ਼ਕਿਲ ਹੈ। ਇੱਥੋਂ ਦੇ ਨਿਯਮ ਕਰੂਰ ਤੇ ਨਾ ਮੰਨਣਯੋਗ ਨੇ। ਬਿਲਕੁਲ ਠੀਕ ਕਿਹਾ ਤੁਸੀਂ ਮਹਾਨਾਮਨ ਜੀ। ਮੈਂ ਸਾਖੀ ਹਾਂ ਇਸ ਸੱਚਾਈ ਦਾ। ਇਸ ਲਈ ਮੈਂ ਤਕਰੀਬਨ 20 ਸਾਲ ਪਹਿਲਾਂ ਵੈਸ਼ਾਲੀ ਛੱਡ ਕੇ ਗਿਆ ਸੀ ਤੇ ਇੱਥੋਂ ਮਗਧ 'ਚ ਮੈਂ ਮਹਾਰਾਜ ਬਿੰਬਸਾਰ ਦੀ ਸ਼ਰਨ 'ਚ ਹਾਂ। ਗੋਪ ਮੰਤਰੀ ਜੀ, ਵੈਸੇ ਤਾਂ ਬਹੁਤ ਸਾਰੇ ਉਪਕਾਰ ਨੇ ਤੁਹਾਡੇ ਮੇਰੇ ਉੱਪਰ। ਬੇਨਤੀ ਹੈ ਕਿ ਜੇ ਇੱਕ ਉਪਕਾਰ ਹੋਰ ਕਰ ਦਿਓ, ਜੇ ਮੇਰੀ ਇਹ ਇੱਛਾ ਪੂਰੀ ਹੋ ਜਾਏ ਤਾਂ ਮੈਂ ਬੌਧ ਭਿਕਸ਼ੂ ਬਣ ਕੇ ਆਪਣਾ ਬਾਕੀ ਦਾ ਜੀਵਨ ਸ਼ਾਂਤੀ ਨਾਲ ਕੱਟ ਪਾਵਾਂਗਾ। ਮਹਾਨਾਮਨ, ਤੁਸੀਂ ਦੱਸੋ ਤੇ ਸਹੀ। ਆਮਰਪਾਲੀ ਦਾ ਪੁੱਤਰ ਅਭੈ ਮਹਾਰਾਜ ਬਿੰਬਸਾਰ ਦਾ ਪੁੱਤਰ ਹੈ। ਤੁਸੀਂ ਤਾਂ ਇਹ ਗੱਲ ਜਾਣਦੇ ਹੋ। ਹੁਣ ਉਹ 15 ਸਾਲ ਦਾ ਹੋ ਗਿਆ। ਆਮਰਪਾਲੀ ਦਾ ਸੁਨੇਹਾ ਆਇਆ, ਉਹ ਨਹੀਂ ਚਾਹੁੰਦੀ ਕਿ ਅਭੈ ਵੈਸ਼ਾਲੀ ਵਿੱਚ ਰਹੇ। ਮਹਾਰਾਜ ਵੱਲੋਂ ਦਿੱਤੀ ਅੰਗੂਠੀ ਦੇ ਕੇ ਆਮਰਪਾਲੀ ਅਭੈ ਨੂੰ ਇੱਕ ਮਗਧ ਵਪਾਰੀ ਨਾਲ ਭੇਜ ਰਹੀ ਹੈ। ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਪਿਤਾ ਪੁੱਤਰ ਦਾ ਮੇਲ ਕਰਵਾ ਦਿਓ। ਆਮਰਪਾਲੀ ਅਤੇ ਮਹਾਰਾਜ ਬਿੰਬਸਾਰ ਦੇ ਸੰਬੰਧਾਂ ਦਾ ਮੈਂ ਸਾਖੀ ਹਾਂ। ਪਰ ਦੋਸਤ, ਇੱਥੇ ਮਹਿਲ ਵਿੱਚ ਅੱਜ ਕੱਲ੍ਹ ਹਾਲਾਤ ਠੀਕ ਨਹੀਂ ਹੈ। ਕਿਉਂ? ਕੀ ਹੋਇਆ? ਬਿੰਬਸਾਰ ਦਾ ਪੁੱਤਰ ਅਜਾਤ ਸ਼ਤਰੂ ਆਪਣੇ ਪਿਤਾ ਦਾ ਦੁਸ਼ਮਣ ਬਣ ਗਿਆ ਹੈ। ਵਜ੍ਹਾ ਕੀ ਹੋ ਸਕਦੀ ਹੈ? ਬਿੰਬਸਾਰ ਬੌਧ ਧਰਮ ਨੂੰ ਮੰਨਦੇ ਨੇ। ਅਜਾਤ ਸ਼ਤਰੂ ਨੂੰ ਇਹ ਮਨਜ਼ੂਰ ਨਹੀਂ। ਯਾਨੀ ਤੁਹਾਡਾ ਮਤਲਬ ਹੈ ਕਿ ਅਭੈ ਨੂੰ ਇਸ ਸਮੇਂ ਬੁਲਾਣਾ ਠੀਕ ਨਹੀਂ? ਨਹੀਂ,
ਨਹੀਂ ਦੋਸਤ, ਨਹੀਂ। ਮੈਂ ਅਮਰਪਾਲੀ ਦੇ ਪੁੱਤਰ ਨਾਲ ਅਨਿਆਂ ਨਹੀਂ ਕਰ ਸਕਦਾ। ਖੁਦ ਅਬੇ ਨੂੰ ਮਹਾਰਾਜ ਬਿੰਬਸਾਰ ਨਾਲ ਮਿਲਾਵਾਂਗਾ। ਦੋਸਤ, ਮੈਂ ਤੁਹਾਡਾ ਇਹ ਅਹਿਸਾਨ ਕਦੇ ਨਹੀਂ ਭੁੱਲਾਂਗਾ। ਅਮਰਪਾਲੀ, ਰਾਤ ਹੋਣ ਨੂੰ ਆਈ ਹੈ। ਤੂੰ ਬਾਗ ਦੇ ਇਸ ਕੋਨੇ 'ਚ ਬੈਠੀ ਇੱਕ ਪਾਸੇ ਟਿਕਟਿਕੀ ਲਾ ਕੇ ਵੇਖੀ ਜਾ ਰਹੀ ਹੈ। ਤੂੰ ਅੱਗੇ ਵਾਂਗ ਵੀਨਾ ਵਾਦਨ ਕਿਉਂ ਨਹੀਂ ਕਰਦੀ? ਦੁੱਖਾਂ ਨੂੰ ਭੁੱਲਣ 'ਚ ਮਦਦ ਮਿਲੇਗੀ। ਤਰਲਾ, ਮੇਰੀ ਕਿਸਮਤ ਇੰਨੀ ਬੁਰੀ ਕਿਉਂ ਹੈ? ਜੀਵਨ 'ਚ ਮੈਨੂੰ ਇੰਨੇ ਦੁੱਖ ਕਿਉਂ ਝੇਲਣੇ ਪੈ ਰਹੇ ਨੇ? ਹੁਣ ਤਾਂ ਮੈਨੂੰ ਪੂਰੀ ਤਰ੍ਹਾਂ ਉਦਾਸੀ ਨੇ ਘੇਰ ਲਿਆ ਹੈ। ਹਰ ਰੋਜ਼ ਕੋਈ ਬੁਰੀ ਤੋਂ ਬੁਰੀ ਖਬਰ ਸੁਣਨ ਨੂੰ ਮਿਲ ਰਹੀ ਹੈ। ਮਹਾਰਾਜ ਬਿੰਬਸਾਰ ਵਰਗੇ ਦਿਆਲੂ ਰਾਜਾ ਬੰਦੀ ਗ੍ਰਹਿ 'ਚ ਕਠਿਨ ਜ਼ਿੰਦਗੀ ਗੁਜ਼ਾਰ ਰਹੇ ਨੇ ਤੇ ਆਪਣੇ ਹੀ ਪੁੱਤਰ ਹਜਾਤ ਸ਼ਤਰੂ ਦੇ ਹੱਥੋਂ ਜ਼ੁਲਮ ਸਹਿ ਰਹੇ ਨੇ। ਗੋਪ ਮੰਤਰੀ ਜੀ ਦੀ ਕਿਰਪਾ ਨਾਲ ਮੇਰਾ ਬੇਟਾ ਅਭੈ ਤਕਸ਼ਿਲਾ ਵਿਦਿਆਲੇ ਪਹੁੰਚ ਕੇ ਸੁਰੱਖਿਅਤ ਹੈ। ਪਿਤਾ ਜੀ ਬਹੁਤ ਭਿਕਸ਼ੂਆਂ ਨਾਲ ਚਲੇ ਗਏ ਨੇ। ਮੇਰੀ ਜ਼ਿੰਦਗੀ ਵਿੱਚ ਹੁਣ ਰਹਿ ਹੀ ਕੀ ਗਿਆ ਤਰਲਾ? ਇਸ ਤਰ੍ਹਾਂ ਨਾ ਕਹਿ ਅਮਰਪਾਲੀ, ਆਪਣੇ ਆਪ ਨੂੰ ਸੰਭਾਲ। ਵੇਖਦੇ ਹੀ ਵੇਖਦੇ 10 ਸਾਲ ਬੀਤ ਗਏ। ਕਦ ਤੱਕ ਆਪਣੇ ਆਪ ਤੇ ਇਸ ਤਰ੍ਹਾਂ ਜ਼ੁਲਮ ਕਰਦੀ ਰਹੇਂਗੀ? ਦੁੱਖ ਨਾਲ ਲੜਨਾ ਪੈਂਦਾ ਹੈ, ਉਸ ਨੂੰ ਹਰਾਣਾ ਪੈਂਦਾ ਹੈ। ਤਰਲਾ, ਮੈਂ ਆਪਣੇ ਆਪ ਨੂੰ ਕਾਬੂ नहीं कर पा रही। सुनो सुनो, बहुत अच्छी खबर लेके आया। ऐसी केड़ी अच्छी खबर है भीमा स्वामी? भगवान बुद्ध अपने शिगिरदां नाल पधार चुके ने। वो अमरवन च रुके ने। वैशाली नगर दे सारे आम ते खास लोग उन्हां दे दर्शन कर रहे ने। भीमा, ਇਹ ਤਾਂ ਤੂੰ ਬੜੀ ਚੰਗੀ ਖਬਰ ਸੁਣਾਈ ਹੈ। ਜਾ ਸ਼ਾਮਲਿਕ ਨੂੰ ਕਹਿ ਜਲਦੀ ਰੱਥ ਲੈ ਕੇ ਆਉਣ ਨੂੰ। ਮੈਂ ਉਹਨਾਂ ਦੇ ਦਰਸ਼ਨ ਲਈ ਜਾਣਾ। ਜੋ ਆਗਿਆ ਦੇਵੀ। ਇਸ ਸਮਾਚਾਰ ਨੇ ਤੇਰੇ ਚਿਹਰੇ ਦੀ ਰੌਣਕ ਵਾਪਸ ਕਰ ਦਿੱਤੀ ਹੈ ਅਮਰਪਾਲੀ। ਸ਼ਾਇਦ ਕਿਸਮਤ 'ਚ ਕੋਈ ਚਮਤਕਾਰ ਹੋਣਾ ਬਾਕੀ ਹੈ ਤਰਲਾ। धम्मं शरणं गच्छामि। ਪਿਆਰੇ ਬੌਧ ਭਿਕਸ਼ੂ, ਕਿਸੇ ਵੀ ਨਤੀਜੇ ਤੇ ਪਹੁੰਚਣ ਲਈ ਚਿੰਤਨ ਕਰਨਾ ਪੈਂਦਾ ਹੈ, ਵਿਚਾਰ ਕਰਨਾ ਪੈਂਦਾ ਹੈ। ਜੇ ਤੁਹਾਡੇ ਵਿਚਾਰ ਗਲਤ ਨੇ, ਕਰਮ ਸਵਾਰਥਪੂਰਨ ਨੇ, ਤਾਂ ਤੁਹਾਨੂੰ ਕਸ਼ਟ ਹੀ ਪ੍ਰਾਪਤ ਹੋਣਗੇ। ਤੁਹਾਡੇ ਕੰਮ ਜਾਂ ਬੋਲ ਜੇਕਰ ਸੱਚੇ ਸੁੱਚੇ ਹੋਣਗੇ ਤਾਂ ਤੁਹਾਡਾ ਸਾਰਾ ਜੀਵਨ ਖੁਸ਼ੀਆਂ ਭਰਿਆ ਹੋਵੇਗਾ। ਸੋ ਆਪਣੇ ਵਿਚਾਰ ਸ਼ੁੱਧ ਰੱਖੋ। ਸਮਾਜ ਦੇ ਲੋਕਾਂ ਲਈ ਆਪਣੇ ਮਨ 'ਚ ਆਦਰ ਤੇ ਵਿਸ਼ਵਾਸ ਰੱਖੋ। ਇੰਦਰੀ ਮੋਹ ਦੇ ਫੰਦੇ 'ਚ ਨਾ ਫਸੋ। ਸੰਯਮ ਰੱਖੋ। ਭਗਵਾਨ, ਅਸੀਂ ਜੀਵਨ ਇਹਨਾਂ ਅਸੂਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਤੀਤ ਕਰਾਂਗੇ। ਭਗਵਾਨ, ਪ੍ਰਣਾਮ ਸਵੀਕਾਰ ਕਰੋ ਮੇਰਾ। ਤੁਹਾਡੀ ਸ਼ਰਨ 'ਚ ਸ਼ਾਂਤੀ ਪ੍ਰਾਪਤ ਕਰਨ ਦੀ ਇੱਛਾ ਲੈ ਕੇ ਆਈ ਹਾਂ। ਕਿਰਪਾ ਕਰੋ। ਜ਼ਹਿਰ ਉਗਲਣ ਵਾਲੇ ਲੋਕਾਂ ਵੱਲ ਧਿਆਨ ਨਾ ਦਿਓ ਦੇਵੀ ਅਮਰਪਾਲੀ। ਮੌਨ ਹੀ ਤੁਹਾਡਾ ਇਲਾਜ ਹੈ। ਸਮਾਜਿਕ ਬੰਧਨ ਹੀ ਸਾਰੇ ਦੁੱਖਾਂ ਦਾ ਕਾਰਨ ਹੈ। ਭਗਵਾਨ, ਤੁਹਾਡਾ ਸੰਦੇਸ਼ ਮੇਰੇ ਵਰਗੀ ਦੁਖਿਆਰੀ ਲਈ ਅੰਮ੍ਰਿਤ ਹੈ। ਇੱਕ ਬੇਨਤੀ ਹੈ, ਸਾਰੇ ਭਿਕਸ਼ੂਆਂ ਨਾਲ ਤੁਸੀਂ ਆ ਕੇ ਭਵਨ 'ਚ ਸਾਨੂੰ ਖਾਤਿਰਦਾਰੀ ਦਾ ਮੌਕਾ ਦਿਓ। ਤਥਾਸਤੂ ਦੇਵੀ। ਮੈਂ ਧੰਨ ਹੋ ਗਈ ਮਹਾਰਾਜ। ਇਹ ਸ਼ੋਰ ਕੈਸਾ ਹੈ? ਭਗਵਾਨ, ਇਹ ਵੈਸ਼ਾਲੀ ਦੇ ਅੱਜ ਦੇ ਰਾਜਕੁਲ ਰਿਸ਼ਤੇਦਾਰਾਂ ਨਾਲ ਤੁਹਾਡੇ ਦਰਸ਼ਨ ਲਈ ਪਧਾਰ ਰਹੇ ਨੇ। ਆਨੰਦ, ਮੈਂ ਅੱਜ
ਆਖਰੀ ਵਾਰ ਵੈਸ਼ਾਲੀ ਨੂੰ ਦੇਖ ਰਿਹਾ ਹਾਂ। ਹੁਣ ਵੈਸ਼ਾਲੀ ਪਹਿਲਾਂ ਵਰਗੀ ਨਹੀਂ ਰਹੀ ਜਦ ਵੈਸ਼ਾਲੀ ਵਾਲਿਆਂ ਦੀ ਸੁੱਖ ਸਮਰਿੱਧੀ ਦੇਵਤਾਵਾਂ ਵਰਗੀ ਸੀ। ਭਗਵਾਨ, ਕੱਲ ਸਾਰੇ ਭਿਕਸ਼ੂ ਸਾਡੇ ਨਾਲ ਆ ਕੇ ਸਾਡੇ ਰਾਜ ਭਵਨ 'ਚ ਭੋਜਨ ਗ੍ਰਹਿਣ ਕਰੋ। ਕੱਲ ਲਈ ਤਾਂ ਮੈਂ ਆਮਰਪਾਲੀ ਦਾ ਸੱਦਾ ਸਵੀਕਾਰ ਕਰ ਲਿਆ ਹੈ। ਅਮਰਪਾਲੀ ਦਾ ਨਿਮੰਤਰਣ, ਇੱਕ ਗਨਕਾ ਦਾ ਨਿਮੰਤਰਣ, ਇਹ ਤਾਂ ਅਪਮਾਨ ਹੈ ਸਾਡਾ। ਚਲੋ ਸਾਰੇ ਜਣੇ ਆਪਣੇ ਘੋੜੇ ਫੜੋ ਤੇ ਚਲੋ ਇੱਥੋਂ। ਚਲੋ ਕੋਈ ਨਾ ਇੱਥੇ ਰੁਕੇ। ਚਲੋ ਇੱਥੋਂ ਸਾਰੇ। ਰੁਕੋ ਅਮਰਪਾਲੀ ਰੁਕੋ। ਸਾਡੀ ਬੇਇੱਜ਼ਤੀ ਕਰਕੇ ਕਿੱਥੇ ਜਾ ਰਹੀ ਹੋ? ਕਿਉਂ ਬਹਾਦਰ ਵੈਸ਼ਾਲੀ ਵਾਸੀਆਂ ਨਾਲ ਟਕਰਾਵ ਦੀ ਕੋਸ਼ਿਸ਼ ਕਰਦੀ ਹੋ? ਰਾਜਕੁਮਾਰ, ਅਪਮਾਨ? ਭਗਵਾਨ ਬੁੱਧ ਨੂੰ ਭੋਜਨ ਲਈ ਨਿਯੋਤਾ ਦੇਣਾ ਕਿਸੇ ਦਾ ਅਪਮਾਨ ਕਦੋਂ ਤੋਂ ਹੋ ਗਿਆ? ਤੂੰ ਜਾ ਕੇ ਆਪਣਾ ਨਿਯੋਤਾ ਵਾਪਸ ਲੈ ਲੈ। ਬਦਲੇ 'ਚ ਮੈਂ ਤੈਨੂੰ 1000 ਮੋਹਰਾਂ ਦੇਵਾਂਗਾ। ਜਾ। ਆਰਿਆ ਪੁੱਤਰ, ਜੇ ਵੈਸ਼ਾਲੀ ਦਾ ਰਾਜ ਵੀ ਦੇਵੋਗੇ ਤਾਂ ਵੀ ਤੁਹਾਡੀ ਗੱਲ ਨਹੀਂ ਮੰਨਾਂਗੀ। ਇਸ ਗਨਕਾ ਨੇ ਸਾਨੂੰ ਇੱਕ ਵਾਰੀ ਫੇਰ ਹਰਾ ਦਿੱਤਾ ਏ। ਤਰਲਾ, ਸਾਰੇ ਪ੍ਰਬੰਧ ਹੋ ਗਏ ਨਾ? ਇਹ ਮੇਰੇ ਜੀਵਨ ਦਾ ਉਹ ਅਨਮੋਲ ਅਵਸਰ ਹੈ ਜਿਸ ਕਰਕੇ ਕਿਸੇ ਨੂੰ ਵੀ ਮੇਰੇ ਨਾਲ ਈਰਖਾ ਹੋ ਸਕਦੀ ਹੈ। ਦਿਆਲੂ ਭਗਵਾਨ ਬੁੱਧ ਨੇ ਵੈਸ਼ਾਲੀ ਦੇ ਰਾਜ ਕੁਲ ਦੀ ਸ਼ਾਨੋ ਸ਼ੌਕਤ ਨੂੰ ਨਕਾਰ ਕੇ ਸਾਨੂੰ ਆਪਣੀ ਦਇਆ ਦੀ ਕਿਰਪਾ ਬਖਸ਼ੀ ਹੈ। ਉਹਨਾਂ ਦੇ ਸਤਿਕਾਰ 'ਚ ਕੋਈ ਭੁੱਲ ਨਹੀਂ ਹੋਣੀ ਚਾਹੀਦੀ। ਅਮਰਪਾਲੀ, ਇੱਕ ਗੱਲ ਕਵਾਂ? ਕਈ ਸਾਲ ਬਾਅਦ ਅੱਜ ਤੇਰੇ ਚਿਹਰੇ ਤੇ ਖੁਸ਼ੀ ਦੀ ਝਲਕ ਹੈ। ਜਦ ਮਹਾਰਾਜ ਬਿੰਬਸਾਰ ਇਸ ਭਵਨ 'ਚ ਵਿਰਾਜਮਾਨ ਸੀ ਨਾ, ਜਿਹੜੀ ਖੁਸ਼ੀ ਉਦੋਂ ਸੀ, ਅੱਜ ਉਹੀ ਖੁਸ਼ੀ ਤੇਰੇ ਚਿਹਰੇ ਤੇ ਝਲਕ ਰਹੀ ਹੈ। ਲੱਗਦਾ ਉਹ ਆ ਗਏ। ਚਲੋ ਚਲੋ ਭਗਵਾਨ ਬੁੱਧ ਦਾ ਸਵਾਗਤ ਕਰੀਏ। ਆਮਰਪਾਲੀ, ਤੇਰਾ ਭਲਾ ਹੋਵੇ। ਭਾਰਦਵਾਜ ਭੋਜਨ ਬਾਰੇ ਤਾਂ ਸੁਣਿਆ ਸੀ। ਤੁਹਾਡਾ ਭੋਜਨ ਵੀ ਉਵੇਂ ਸਵਾਦਿਸ਼ਟ ਤੇ ਆਨੰਦ ਦੇਣ ਵਾਲਾ ਸੀ। ਹੁਣ ਦੱਸ ਅਮਰਪਾਲੀ, ਤੇਰੀ ਕੀ ਇੱਛਾ ਹੈ? ਭਗਵਾਨ, ਇੱਕ ਭੀਖ ਚਾਹੀਦੀ ਹੈ। ਉਹ ਕੀ ਅਮਰਪਾਲੀ? ਭਗਵਾਨ, ਜੇ ਆਗਿਆ ਹੋਵੇ ਤਾਂ ਕੋਈ ਭਿਕਸ਼ੂ ਆਪਣਾ ਚੋਲਾ ਦੇ ਸਕਦਾ ਹੈ। ਆ ਲਓ ਅਮਰਪਾਲੀ। ਮੈਂ ਕੁਝ ਹੀ ਪਲ 'ਚ ਵਾਪਸ ਆਉਣੀ ਹਾਂ। ਇਹ ਕੀ ਅਮਰਪਾਲੀ, ਤੂੰ ਆਪਣੇ ਕੱਪੜਿਆਂ ਦੀ ਥਾਂ ਸਾਡਾ ਚੋਲਾ ਪਾ ਲਿਆ? ਨਾ ਕੋਈ ਗਹਿਣਾ ਤੇ ਨਾ ਕੋਈ ਸਾਜ ਸਿੰਗਾਰ। ਭਗਵਾਨ, ਸ਼ਰਨ ਦਵੋ ਮੈਨੂੰ। ਉੱਠ ਕਲਿਆਣੀ, ਉੱਠ, ਆਪਣੀ ਇੱਛਾ ਬੋਲ। ਭਗਵਾਨ, ਇਸ ਭਿਖਾਰੀ ਤੇ ਅਪਵਿੱਤਰ ਨਾਰੀ ਦੀ ਕਿਸਮਤ ਕਿਵੇਂ ਦੱਸਾਂ? ਮੇਰੀ ਕਾਇਆ ਨੂੰ ਕਲੰਕਿਤ ਕਰਕੇ ਮੈਨੂੰ ਜੀਵਤ ਰਹਿਣ ਲਈ ਮਜਬੂਰ ਕੀਤਾ ਗਿਆ। ਜ਼ਿੰਦਗੀ ਵਿੱਚ ਅਣਗਿਣਤ ਚੰਗੇ ਤੇ ਸ਼ੁਭ ਕੰਮ ਕਰਨ ਦੇ ਸੰਕਲਪ ਹੀ ਰਹਿ ਗਏ। ਇਹ ਸਾਰਾ ਧਨ ਦੌਲਤ ਸ਼ਾਨੋ ਸ਼ੌਕਤ ਦੂਸ਼ਿਤ ਸੋਚ ਲੈ ਕੇ ਇਕੱਠਾ ਕੀਤਾ ਗਿਆ ਹੈ। ਭਗਵਾਨ, ਮੇਰੇ ਜੀਵਨ 'ਚ ਸਿਰਫ 2 ਹੀ ਚੰਗੀਆਂ ਘੜੀਆਂ ਆਈਆਂ ਨੇ। ਪਹਿਲੀ ਸ਼ੁਭ ਘੜੀ ਦੇ ਫਲ ਸਰੂਪ ਮੈਂ ਮਗਧ ਤੇ ਹੋਣ ਵਾਲੇ ਸਮਰਾਟ ਦੀ ਰਾਜਮਾਤਾ ਹਾਂ ਤੇ ਦੂਸਰੀ ਸ਼ੁਭ ਘੜੀ ਅੱਜ ਆਈ ਹੈ। ਇਸ ਭਵਨ ਵਿੱਚ ਤੁਹਾਡੇ ਪੈਰ ਪੈਣ ਕਾਰਨ ਅੱਜ ਇਸ ਮਹਾਪੁੰਨ ਦੇ ਮੌਕੇ ਤੇ ਮੈਂ ਹੋਰ ਵੀ ਉੱਚਾ ਅਹੁਦਾ ਹਾਸਲ ਕਰਨ ਦੀ ਚਾਹ ਰੱਖਦੀ ਹਾਂ। ਭਗਵਾਨ, ਤੁਹਾਡੇ ਪੈਰਾਂ ਦੀ ਧੂਲ ਨਾਲ ਇਹ ਭਵਨ ਪਵਿੱਤਰ ਹੋ ਗਿਆ। ਹੁਣ ਇੱਥੇ ਭੋਗ ਵਿਲਾਸ ਤੇ ਪਾਪ ਵਗੈਰਾ ਕੈਸਾ? ਉਸ ਦੀ ਸਮੱਗਰੀ ਵੀ ਕਿਉਂ? ਬੇਚੈਨੀ, ਡਰ, ਨਿਕੰਮਾਪਣ ਕਿਉਂ ਤੇ ਕਿਸ ਲਈ? ਉਹਨਾਂ ਚੀਜ਼ਾਂ ਦੀ ਯਾਦ ਵੀ ਮੈਂ ਮਿਟਾ ਦੇਣਾ ਚਾਹੁੰਦੀ ਹਾਂ। ਭਗਵਾਨ, ਅੱਜ ਤੁਹਾਡੇ ਚਰਨਾਂ 'ਚ ਸਾਰੀ ਦੌਲਤ, ਜਾਇਦਾਦ, ਭਵਨ, ਖਜ਼ਾਨਾ, ਹਾਥੀ ਘੋੜੇ, ਸੇਵਕ, ਗਹਿਣੇ, ਵਸਤਰ ਸਭ ਸਮਰਪਿਤ ਕਰਦੀ ਹਾਂ। ਤੁਹਾਡੀ ਦਇਆ ਕਰਕੇ ਇਹ ਭਿਕਸ਼ੂ ਵਾਲਾ ਚੋਲਾ ਮੈਨੂੰ ਪ੍ਰਾਪਤ ਹੋਇਆ ਹੈ, ਜੋ ਮੇਰਾ ਸਰੀਰ ਢੱਕਣ ਲਈ ਕਾਫੀ ਹੈ। ਅੱਜ ਤੋਂ ਆਮਰਪਾਲੀ ਭਗਵਾਨ ਬੁੱਧ ਦੀ ਸ਼ਰਨ ਵਿੱਚ ਹੈ। ਆਮਰਪਾਲੀ ਭਿਕਸ਼ਾ 'ਚ ਮਿਲੇ ਇਸ ਪਵਿੱਤਰ ਚੋਲੇ ਨੂੰ ਪਹਿਨ ਕੇ ਪ੍ਰਾਣ ਦੇ ਕੇ ਵੀ सम्मानित ਰਹੇਗੀ। ਉੱਠ ਦੇਵੀ ਅਮਰਪਾਲੀ, ਸਦਾ ਕਲਿਆਣ ਹੋਵੇ ਤੇਰਾ। ਜੈ ਅਮਰਪਾਲੀ, ਜੈ ਅਮਰਪਾਲੀ, ਜੈ ਸਾਧਵੀ ਅਮਰਪਾਲੀ।